ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਬੇਟੇ ਆਪਾਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਇਹਦੇ ਵਿੱਚ ਹੁਣ ਤੱਕ ਆਪਾਂ 5-6 ਪਾਰਟ ਕਰ ਚੁੱਕੇ ਹਾਂ। ਅੱਜ ਨੈਕਸਟ ਪਾਰਟ ਕਰਨ ਜਾ ਰਹੇ ਹਾਂ। ਕਾਫੀ ਇੰਪੋਰਟੈਂਟ ਪਾਰਟ ਹੈ। ਥੋੜਾ ਜਿਹਾ ਲੇਟ ਆਉਣ ਦਾ ਕਾਰਨ ਇਹੀ ਹੈ ਰਾਜੇ, ਕਿਉਂਕਿ ਬਹੁਤ ਟੈਕਨੀਕਲ ਹੁੰਦਾ, ਚੀਜ਼ਾਂ ਲਿਖਣੀਆਂ ਪੈਂਦੀਆਂ ਔਰ ਇਹਨੂੰ ਸੌਖਾ ਕਰਨਾ ਪੈਂਦਾ ਤਾਂ ਜੋ ਤੁਹਾਨੂੰ ਸਮਝ ਆ ਸਕੇ। ਠੀਕ ਹੈ। ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ, ਮੇਰੇ ਪੜਾਉਣ ਤੋਂ ਪਹਿਲਾਂ ਵੀ ਤੁਸੀਂ ਕਾਫੀ ਲੈਕਚਰ ਦੇਖੇ ਹੋਣਗੇ ਅਲੱਗ-ਅਲੱਗ ਅਕੈਡਮੀਆਂ ਦੇ, ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਮਝ ਵੀ ਆਈਆਂ ਹੋਣਗੀਆਂ। ਬਟ ਜਿਹੜਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੁੱਛਿਆ ਜਾਊਗਾ ਬੇਟੇ, ਉਹ ਬਹੁਤ ਘੱਟ ਲੋਕ ਕਰਾ ਰਹੇ ਆ। ਤੇ ਇਸ ਕਰਕੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ, ਟਾਈਮ ਜ਼ਰੂਰ ਲੱਗਦਾ, ਪਰ ਕਿਰਾਇਆ ਤੁਹਾਨੂੰ 100% ਜਾਊਗਾ। ਚਿੰਤਾ ਨਾ ਕਰੋ, ਤੁਹਾਡੇ ਨਾਲ ਜ਼ਿਆਦਾ ਚਿੰਤਾ ਮੈਨੂੰ ਆ ਤੁਹਾਡੇ ਐਗਜ਼ਾਮ ਦੀ। ਅੱਜ ਆਪਾਂ ਜਿਹੜਾ ਟੌਪਿਕ ਕਰਨਾ ਬੇਟੇ, ਉਹ ਕਰਨਾ ਪ੍ਰੈਗਨੈਂਸੀ ਐਂਡ ਕੇਅਰ। ਠੀਕ ਹੈ। ਦੇਖਣ ਨੂੰ ਬਹੁਤ ਸੌਖਾ ਟੌਪਿਕ ਹੈ, ਬਟ ਬਹੁਤ ਸਾਰੀਆਂ ਜਿਹੜੀਆਂ ਟੈਕਨੀਕਲ ਟਰਮਸ ਹੁੰਦੀਆਂ ਨੇ, ਸਾਇੰਟੀਫਿਕ ਟਰਮਸ ਹੁੰਦੀਆਂ ਨੇ, ਇਹਦੇ ਵਿੱਚ ਯੂਜ਼ ਹੁੰਦੀਆਂ, ਜਿਹੜੀਆਂ ਤੁਹਾਨੂੰ ਅਕਸਰ ਐਗਜ਼ਾਮ ਦੇ ਵਿੱਚ ਤੰਗ ਕਰਨਗੀਆਂ। ਬਟ ਚਿੰਤਾ ਨਾ ਕਰੋ, ਇਹ ਤੁਸੀਂ ਲੈਕਚਰ ਜਦੋਂ ਦੇਖ ਲਓਗੇ ਡੈਫੀਨੇਟਲੀ ਤੁਹਾਨੂੰ ਸਭ ਕੁਝ ਸਮਝ ਆ ਜਾਊਗਾ। ਬਾਕੀ ਵੀਡੀਓ ਦੇ ਐਂਡ ਵਿੱਚ ਮੈਂ ਕੁਐਸਚਨ ਵੀ ਪਾਏ ਆ, ਤੁਸੀਂ ਉਹ ਕੁਐਸਚਨ ਅਟੈਂਪਟ ਕਰਨ ਦੀ ਕੋਸ਼ਿਸ਼ ਕਰਨਾ ਵੀ ਤੁਸੀਂ ਅਟੈਂਪਟ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਤੇ ਜਲਦੀ ਆਪਾਂ ਐਮਸੀਕਿਊ ਵਾਲਾ ਕੋਰਸ ਵੀ ਲਾਂਚ ਕਰਾਂਗੇ ਬੇਟੇ। ਟਾਈਮ ਲੱਗੂਗਾ ਲੇਕਿਨ ਬਹੁਤ ਵਧੀਆ ਲੈਵਲ ਤੇ ਤਿਆਰ ਕਰੂੰਗਾ। ਠੀਕ ਹੈ, ਚਿੰਤਾ ਨਹੀਂ ਕਰਨੀ। ਉਹ ਕੁਐਸਚਨ ਤੁਸੀਂ 4-5 ਦਿਨ ਦੇ ਵਿੱਚ ਵਧੀਆ ਤਰੀਕੇ ਨਾਲ ਤਿਆਰ ਕਰ ਲਓਗੇ। 4-5 ਦਿਨ ਸਫੀਸ਼ੀਐਂਟ ਹੈ, ਮੋਰ ਦੈਨ ਇਨਫ ਹੈ। ਉਹ ਕੁਐਸਚਨ ਅਗਰ ਤੁਸੀਂ ਪੜ੍ਹ ਲਓਗੇ ਤੁਹਾਨੂੰ ਡੈਫੀਨੇਟਲੀ ਐਗਜ਼ਾਮ ਦੇ ਵਿੱਚ ਫਾਇਦਾ ਹੋਊਗਾ। ਤਾਂ ਗੱਲ ਕਰਦੇ ਹਾਂ ਰਾਜੇ, ਆਪਾਂ ਪਹਿਲਾਂ ਪ੍ਰੈਗਨੈਂਸੀ ਐਂਡ ਕੇਅਰ ਤੋਂ ਸਟਾਰਟ ਕਰਦੇ ਹਾਂ ਵੀ ਪ੍ਰੈਗਨੈਂਸੀ ਬੇਸਿਕਲੀ ਹੁੰਦੀ ਕੀ ਹੈ ਤੇ ਕਿਹੜੀ-ਕਿਹੜੀ ਕੇਅਰ ਦੀ ਜ਼ਰੂਰਤ ਹੁੰਦੀ ਹੈ, ਜਾਂ ਕਿਹੜਾ-ਕਿਹੜਾ ਲਾਅ ਹੈ ਇੰਡੀਆ ਦੇ ਵਿੱਚ ਪ੍ਰੈਗਨੈਂਟ ਵੂਮਨ ਨੂੰ ਪ੍ਰੋਟੈਕਟ ਕਰਨ ਵਾਸਤੇ। ਤਾਂ ਸਟਾਰਟ ਕਰਦੇ ਬੇਟੇ। ਪਲੀਜ਼ ਇੱਕ ਹੰਬਲ ਰਿਕੁਐਸਟ ਹੁੰਦੀ ਹੈ ਮੇਰੀ, ਵੈਸੇ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ, ਕਿ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ, ਕਿਉਂਕਿ ਲਾਈਕ ਸ਼ੇਅਰ ਦਾ ਬੇਟੇ ਕੋਈ ਮੁੱਲ ਨਹੀਂ ਲੱਗਦਾ ਆਪਣਾ। ਤੇ ਸ਼ੇਅਰ ਤਾਂ ਕਹਿਣਾ ਹੁੰਦਾ ਕਿਉਂਕਿ ਵੱਧ ਤੋਂ ਵੱਧ ਮੇਰੀਆਂ ਭੈਣਾਂ ਕੋਲੇ ਪਹੁੰਚ ਸਕੇ ਵੀਡੀਓ, ਤਾਂ ਜੋ ਤਿਆਰੀ ਕਰਕੇ ਆਪਣੀ ਜਿਹੜੀ ਜੌਬ ਹੈਗੀ ਉਹ ਲੈ ਸਕਣ। ਠੀਕ ਹੈ ਜੀ। ਤਾਂ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ। ਹੁਣ ਦੇਖੋ, ਪ੍ਰੈਗਨੈਂਸੀ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ। ਇੱਕ ਡੇ ਮਨਾਇਆ ਜਾਂਦਾ ਬੇਟੇ, ਧਿਆਨ ਰੱਖਣਾ, ਦੋ ਤਰ੍ਹਾਂ ਦੇ ਡੇ ਹੁੰਦੇ, ਇੱਕ ਹੁੰਦਾ ਮਦਰ ਡੇ, ਇੱਕ ਹੁੰਦਾ ਮਦਰਹੁੱਡ ਡੇ। ਬੱਚੇ ਚ ਬਹੁਤ ਕਨਫਿਊਜ਼ ਹੁੰਦੇ ਆ। ਮੈਂ ਹਜੇ ਜਿਹੜੀ ਗੱਲ ਕਰ ਰਿਹਾ ਰਾਜੇ, ਉਹ ਮਦਰਹੁੱਡ ਡੇ ਦੀ ਗੱਲ ਕਰ ਰਿਹਾ। ਹੁਣ ਜਿਹੜਾ ਮਦਰਹੁੱਡ ਡੇ ਹੈ, ਦੇਖੋ ਤੁਸੀਂ ਤਸਵੀਰ ਦੇਖ ਹੀ ਲਈ ਹੋਗੀ ਰਾਜੇ, ਜਿਸ ਪ੍ਰੈਗਨੈਂਸੀ ਦੀ ਗੱਲ ਕੀਤੀ ਗਈ ਹੈ। ਮਦਰ ਡੇ ਹੁੰਦਾ ਸਪੈਸ਼ਲ, ਜਿਵੇਂ ਆਪਣੀ ਮਾਵਾਂ ਵਾਸਤੇ ਹੁੰਦਾ। ਠੀਕ ਹੈ। ਮਦਰਹੁੱਡ ਦੇ ਵਿੱਚ ਕੀ ਹੁੰਦਾ, ਜਿਹੜੀਆਂ ਪ੍ਰੈਗਨੈਂਟ ਵੂਮੈਨਸ ਹੁੰਦੀਆਂ ਨੇ ਉਹਨਾਂ ਨੂੰ ਅਵੇਅਰਨੈਸ ਵਾਸਤੇ ਕਹਿ ਸਕਦੇ ਆ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕਹਿ ਸਕਦੇ ਆ। ਹੁਣ ਜਿਹੜਾ ਮਦਰਹੁੱਡ ਡੇ ਹੁੰਦਾ ਬੇਟੇ, ਇਹ ਅਪ੍ਰੈਲ 11 ਨੂੰ ਮਨਾਇਆ ਜਾਂਦਾ ਹਰ ਸਾਲ। ਧਿਆਨ ਰੱਖਣਾ, ਕਦੋਂ ਮਨਾਇਆ ਜਾਂਦਾ ਬੇਟੇ, ਅਪ੍ਰੈਲ 11 ਨੂੰ ਮਨਾਇਆ ਜਾਂਦਾ ਹੈ। ਤੇ ਕੀ ਹੈ, ਇੱਕ ਨੈਸ਼ਨਲ ਹੈ। ਠੀਕ ਹੈ। ਦੋ ਤਰ੍ਹਾਂ ਦੇ ਡੇ ਹੁੰਦੇ ਆ, ਇੱਕ ਨੈਸ਼ਨਲ ਹੁੰਦਾ, ਇੱਕ ਇੰਟਰਨੈਸ਼ਨਲ ਹੁੰਦਾ। ਨੈਸ਼ਨਲ ਦਾ ਮਤਲਬ ਜਿਹੜਾ ਸਿਰਫ ਆਪਣੇ ਇੰਡੀਆ ਵਿੱਚ, ਭਾਰਤ ਵਿੱਚ ਮਨਾਇਆ ਜਾਂਦਾ ਹੈ। ਇੰਟਰਨੈਸ਼ਨਲ ਹੁੰਦਾ ਜਿਹੜਾ ਪੂਰੇ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਤਾਂ ਇਹ ਹੈਗਾ ਜੀ ਆਪਣਾ ਨੈਸ਼ਨਲ ਸੇਫ ਮਦਰਹੁੱਡ ਡੇ ਕਹਿੰਦੇ ਇਹਨੂੰ। ਕੀ ਕਹਿੰਦੇ ਆ? ਨੈਸ਼ਨਲ ਸੇਫ ਮਦਰਹੁੱਡ ਡੇ। ਮਨਾਇਆ ਕਦੋਂ ਜਾਂਦਾ ਬੇਟੇ? 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਧਿਆਨ ਰੱਖਣਾ। ਹੁਣ ਇਹ ਮਨਾਇਆ ਕਿਉਂ ਜਾਂਦਾ ਹੈ, ਇਹਦਾ ਕਾਰਨ ਕੀ ਹੈ ਰਾਜੇ, ਤੁਹਾਨੂੰ ਮੈਂ ਦੱਸ ਦਿੰਦਾ। ਬੇਸਿਕਲੀ ਜਿਹੜਾ ਮਦਰਹੁੱਡ ਡੇ ਹੈ, ਜਿਹੜਾ 2022 ਚ ਮਨਾਇਆ ਗਿਆ, ਵੈਸੇ ਹਰ ਸਾਲ ਹੀ ਮਨਾਇਆ ਜਾਂਦਾ। ਕਹਿੰਦਾ ਜੀ ਇੱਕ ਤਰ੍ਹਾਂ ਦਾ ਕੀ ਹੈ ਜੀ, ਇਹ ਰਾਸ਼ਟਰੀ ਸੁਰੱਖਿਅਤ ਮਾਤਰਤਾ ਦਿਵਸ ਹੈ। ਠੀਕ ਹੈ ਜੀ। ਨੈਸ਼ਨਲ ਸੇਫ ਮਦਰਹੁੱਡ ਡੇ ਜਿਹਨੂੰ ਕਹਿੰਦੇ ਆ। ਇਹ 11 ਅਪ੍ਰੈਲ ਨੂੰ ਬੇਟੇ ਹਰੇ ਆਪਣੇ ਦੇਸ਼ ਵਿੱਚ ਮਨਾਇਆ ਜਾਂਦਾ ਹਰ ਸਾਲ। ਠੀਕ ਹੈ। ਇਸ ਤੋਂ ਬਾਅਦ ਕਹਿੰਦਾ ਜੀ, ਇਸ ਦਿਨ ਨੂੰ ਕਹਿੰਦਾ ਜੀ ਗਰਭ ਅਵਸਥਾ ਹੋ ਗਈ, ਪ੍ਰੈਗਨੈਂਸੀ, ਜਨੇਪਾ ਹੋ ਗਿਆ ਆਪਣਾ। ਠੀਕ ਹੈ। ਜਾਂ ਜਨੇਪੇ ਤੋਂ ਬਾਅਦ ਜਿਹੜੀਆਂ ਔਰਤਾਂ ਦੀ ਸਿਹਤ ਸੰਭਾਲ ਹੁੰਦੀ ਹੈ, ਉਹਦੇ ਬਾਰੇ ਸਹੀ ਜਾਣਕਾਰੀ ਜਾਂ ਉਹਨਾਂ ਵਿੱਚ ਜਾਗਰੂਕਤਾ ਵਧਾਉਣ ਵਾਸਤੇ ਇਹ ਡੇ ਨੂੰ ਕੀ ਕੀਤਾ ਜਾਂਦਾ, ਮਨਾਇਆ ਜਾਂਦਾ ਹੈ। ਕਹਿਣ ਦਾ ਮਤਲਬ ਅਵੇਅਰਨੈਸ ਵਾਸਤੇ ਮਨਾਇਆ ਜਾਂਦਾ ਹੈ। ਇਹ ਚੀਜ਼ ਧਿਆਨ ਰੱਖਣੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਜਿਹੜਾ ਇਹ ਡੇ ਹੈਗਾ ਰਾਜੇ ਕਿਹਦੇ ਵੱਲੋਂ ਮਨਾਇਆ ਜਾਂਦਾ, ਤਾਂ ਇੱਕ ਸੰਸਥਾ ਹੈਗੀ ਹੈ ਰਾਜੇ, ਵਾਈਟ ਰਿਬਨ ਅਲਾਇੰਸ ਇੰਡੀਆ। ਇਹਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਤੁਹਾਨੂੰ, WRAI, ਵਾਈਟ ਰਿਬਨ ਅਲਾਇੰਸ ਆਫ ਇੰਡੀਆ। ਇਹਨਾਂ ਨੇ ਸ਼ੁਰੂ ਕੀਤਾ ਸੀ ਰਾਜੇ ਇਹ ਡੇ। ਠੀਕ ਹੈ ਜੀ। ਇੱਕ ਸੰਸਥਾ ਹੈਗੀ ਹੈ ਤੇ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ, ਕਹਿੰਦਾ ਮਨਾਇਆ ਕਿਉਂ ਜਾਂਦਾ ਰਾਜੇ, ਕਿਉਂਕਿ ਆਪਣੇ ਜਿਹੜੇ ਇੰਡੀਆ ਦੇ ਵਿੱਚ ਹੈਗੇ, ਜਿਹੜੇ ਬਹੁਤ ਸਾਰੇ ਜਿਹੜੀਆਂ ਔਰਤਾਂ ਹੈਗੀਆਂ ਨੇ, ਮੇਰੀਆਂ ਭੈਣਾਂ ਹੈਗੀਆਂ ਨੇ, ਉਹ ਐਜੂਕੇਸ਼ਨ ਤੋਂ ਬਹੁਤ ਦੂਰ ਨੇ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਨੇ, ਉੱਥੇ ਕੀ ਹੈ, ਐਜੂਕੇਸ਼ਨ ਦੀ ਹਜੇ ਬਹੁਤ ਕਮੀ ਹੈ। ਉੱਥੇ ਕੁੜੀਆਂ ਨੂੰ ਪੜਾਉਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ। ਕਹਿਣ ਦਾ ਮਤਲਬ, ਤਾਂ ਕਹਿੰਦਾ ਜੀ ਦੇਸ਼ ਦੇ ਵਿੱਚ ਹਰ ਸਾਲ ਹਜ਼ਾਰਾਂ ਗਰਭਵਤੀ ਔਰਤਾਂ ਜਨੇਪੇ ਤੋਂ ਪਹਿਲਾਂ ਦੀ ਸਹੀ ਦੇਖਭਾਲ ਤੇ ਦੇਖਭਾਲ ਦੀ ਘਾਟ ਕਾਰਨ ਕੀ ਹੋ ਜਾਂਦਾ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਠੀਕ ਹੈ। ਮਤਲਬ ਕਿ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ, ਜਾਗਰੂਕਤਾ ਨਹੀਂ ਹੁੰਦੀ, ਜਿਨ੍ਹਾਂ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਕਹਿੰਦੇ ਜੀ ਭਾਰਤ ਸਰਕਾਰ ਨੇ ਵਾਈਟ ਰਿਬਨ ਅਲਾਇੰਸ ਇੰਡੀਆ ਦੇ ਪ੍ਰਸਤਾਵ ਤੇ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਵਜੋਂ ਮਨਾਇਆ ਦਿੱਤਾ, ਜਾਂ ਮਾਨਤਾ ਦਿੱਤੀ, ਤਾਂ ਮਨਾਇਆ ਜਾਣ ਲੱਗਿਆ, ਸ਼ੁਰੂ ਹੋ ਗਿਆ। ਕਹਿੰਦੇ ਜੀ ਹਰੇਕ ਸਾਲ ਇਹਦੇ ਵਿੱਚ ਇੱਕ ਵਿਸ਼ੇਸ਼ ਥੀਮ ਹੁੰਦਾ ਰਾਜੇ। ਥੀਮ ਦਾ ਮਤਲਬ ਹੁੰਦਾ ਮੋਟੋ। ਹਰ ਸਾਲ ਇੱਕ ਨਵੀਂ ਮਤਲਬ ਕੀ ਜਾਣਕਾਰੀ ਦਿੱਤੀ ਜਾਂਦੀ ਹੈ ਜਾਂ ਥੀਮ ਰੱਖਿਆ ਜਾਂਦਾ ਹੈ। ਇਸ ਸਾਲ ਦਾ ਥੀਮ ਸੀਗਾ, ਤੁਹਾਨੂੰ ਪਤਾ ਪਿੱਛੇ ਜੇ ਕਰੋਨਾ ਵਾਇਰਸ ਨਿਕਲਿਆ, ਤਾਂ ਕਹਿੰਦਾ ਜੀ ਕਰੋਨਾ ਵਾਇਰਸ ਦੇ ਦੌਰਾਨ ਘਰ ਵਿੱਚ ਰਹਿਣਾ, ਕੋਮਾ
ਵਾਇਰਸ ਦੀ ਲਾਗ ਤੋਂ ਮਾਂ ਅਤੇ ਬੱਚੇ ਦੀ ਰੱਖਿਆ ਕਰਨੀ। ਤਾਂ ਤੁਹਾਨੂੰ ਪਤਾ ਹੋਊਗਾ ਜਦੋਂ ਕਰੋਨਾ ਵਾਇਰਸ ਆਇਆ ਸੀ, ਵਾਇਰਸ ਦੇ ਸਭ ਤੋਂ ਪਹਿਲਾਂ ਕਿਹਦੇ ਉੱਪਰ ਅਟੈਕ ਕੀਤਾ? ਬੱਚਿਆਂ ਦੇ ਉੱਪਰ ਅਟੈਕ ਕੀਤਾ ਜਾਂ ਬੁੱਢਿਆਂ ਦੇ ਉੱਪਰ ਅਟੈਕ ਕੀਤਾ? ਤਾਂ ਇਹਨਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੀ ਪ੍ਰੈਗਨੈਂਟ ਵੂਮਨ ਹੁੰਦੀ ਹੈ ਉਹਦੇ ਵਾਸਤੇ ਵੀ ਬਹੁਤ ਜ਼ਿਆਦਾ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਕ੍ਰਿਟੀਕਲ ਕੰਡੀਸ਼ਨ ਹੁੰਦੀ ਹੈ। ਉਹਨੇ ਆਪਣੇ ਬੱਚੇ ਨੂੰ ਵੱਖਰੀ ਵੱਖਰੀ ਬਿਮਾਰੀਆਂ ਤੋਂ, ਵਾਇਰਸ ਤੋਂ, ਲਾਗ ਤੋਂ, ਇਨਫੈਕਸ਼ਨ ਤੋਂ ਬਚਾਉਣਾ ਹੁੰਦਾ ਹੈ। ਤਾਂ ਇਸ ਕਰਕੇ ਇਸ ਸਾਲ ਦਾ ਜਿਹੜਾ ਥੀਮ ਸੀਗਾ ਉਹ ਸੀਗਾ ਰਾਜੇ ਕਰੋਨਾ ਵਾਇਰਸ ਦੇ ਦੌਰਾਨ ਘਰ ਵਿੱਚ ਰਹਿਣਾ, ਵਾਇਰਸ ਦੀ ਲਾਗ ਤੋਂ ਮਾਂ ਅਤੇ ਬੱਚੇ ਦੀ ਰੱਖਿਆ ਕਰਨੀ ਇਸ ਸਾਲ ਦਾ ਥੀਮ ਸੀਗਾ। ਆਈ ਹੋਪ ਤੁਹਾਨੂੰ ਇਹ ਮਦਰਹੁੱਡ ਡੇ ਕਦੋਂ ਮਨਾਇਆ ਜਾਂਦਾ ਹੈ, ਕਿਉਂ ਮਨਾਇਆ ਜਾਂਦਾ, ਸਮਝ ਆ ਗਈ ਹੋਊਗੀ। ਅੱਗੇ ਆਪਾਂ ਦੇਖਦੇ ਹਾਂ ਇਹਦਾ ਮੁੱਖ ਮਕਸਦ ਕੀ ਹੈ ਰਾਜੇ। ਗਰਭ ਅਵਸਥਾ, ਜਨੇਪਾ ਜਾਂ ਜਨੇਪੇ ਦੇ ਦੌਰਾਨ ਔਰਤਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਤਾਂ ਜੋ ਉਹ ਗਰਭਵਤੀ ਔਰਤ ਦੀ ਮੌਤ ਨਾ ਹੋਵੇ। ਤੁਸੀਂ ਦੇਖਿਆ ਹੋਊਗਾ ਬੇਟੇ ਬਹੁਤ ਸਾਰੀਆਂ ਕੰਡੀਸ਼ਨ ਦੇ ਵਿੱਚ ਜਾਂ ਤਾਂ ਵਿਚਾਰੀ ਮਦਰ ਦੀ ਡੈਥ ਹੋ ਜਾਂਦੀ ਹੈ ਜਾਂ ਬੱਚੇ ਦੀ ਡੈਥ ਹੋ ਜਾਂਦੀ ਜਾਂ ਦੋਨਾਂ ਦੀ ਡੈਥ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੁੰਦਾ ਕਿ ਉਹਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ, ਪ੍ਰੋਪਰ ਉਹਨੂੰ ਖੁਰਾਕ ਨਹੀਂ ਮਿਲਦੀ ਜਾਂ ਪ੍ਰੋਪਰ ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ, ਇਸ ਕਰਕੇ ਇਹਨਾਂ ਦੀ ਡੈਥ ਹੋ ਜਾਂਦੀ ਹੈ। ਤਾਂ ਇਸ ਵਾਸਤੇ ਅਵੇਅਰਨੈਸ ਵਾਸਤੇ ਮਨਾਇਆ ਜਾਂਦਾ। ਬਾਕੀ ਇਸ ਦਿਨ ਜਿਹੜਾ ਆਪਣਾ ਰਾਸ਼ਟਰਪਿਤਾ ਹੈਗਾ ਮੋਹਨ ਦਾਸ ਕਰਮਚੰਦ ਗਾਂਧੀ, ਉਹਦੀ ਜਿਹੜੀ ਘਰਵਾਲੀ ਸੀਗੀ ਕਸਤੂਰਬਾ ਬਾਈ, ਠੀਕ ਹੈ ਜੀ, ਉਹਦਾ ਵੀ ਜਨਮ ਦਿਨ ਹੁੰਦਾ ਹੈ। ਉਹ ਵੀ ਮਤਲਬ ਕਿ ਰਿਕੋਗਨਾਈਜ਼ਡ ਕੀਤਾ ਜਾਂਦਾ ਇਸ ਡੇ, ਠੀਕ ਹੈ, ਮਦਰਹੁੱਡ ਡੇ ਵਾਲੇ ਦਿਨ, ਠੀਕ ਹੈ। ਤਾਂ ਜਿੰਨੇ ਵੀ ਆਲ ਇੰਪੋਰਟੈਂਟ ਪੁਆਇੰਟ ਸੀਗੇ ਤੁਹਾਡੇ ਨਾਲ ਮੈਂ ਡਿਸਕਸ ਕਰਤੇ ਰਾਜੇ। ਮਦਰਹੁੱਡ ਡੇ ਦੀ ਮੈਂ ਗੱਲ ਕਰ ਰਿਹਾ ਸੀਗਾ। ਹੁਣ ਬਹੁਤ ਬੱਚੇ ਭੁਲੇਖਾ ਖਾ ਜਾਂਦੇ ਆ ਮਦਰ ਡੇ ਦੇ ਵਿੱਚ। ਹੁਣ ਜਿਹੜਾ ਮਦਰ ਡੇ ਹੁੰਦਾ ਰਾਜੇ ਉਹ ਕੋਈ ਪਾਰਟਿਕੂਲਰ ਡੇ ਤੇ ਨਹੀਂ ਮਨਾਇਆ ਜਾਂਦਾ, ਉਹ ਮਨਾਇਆ ਜਾਂਦਾ ਸੈਕਿੰਡ ਸੰਡੇ ਆਫ ਦਾ ਮਈ। ਹੁਣ ਕੁਝ ਡੇ ਹੁੰਦੇ ਆ ਜਿਹੜੇ ਕਿ ਪਾਰਟਿਕੂਲਰ ਡੇਟਸ ਨੂੰ ਮਨਾਏ ਜਾਂਦੇ ਆ, ਕੁਝ ਡੇ ਹੁੰਦੇ ਆ ਜਿਹੜੇ ਕਿ ਜਿਵੇਂ ਸੈਕਿੰਡ ਸੰਡੇ, ਫੋਰਥ ਵੀਕ, ਫਲਾਨਾ ਵੀਕ। ਤਾਂ ਕਹਿਣ ਦਾ ਮਤਲਬ ਜਿਹੜਾ ਮਦਰ ਡੇ ਮਨਾਇਆ ਜਾਂਦਾ ਰਾਜੇ ਹਰੇਕ ਸੈਕਿੰਡ ਸੰਡੇ ਮਨਾਇਆ ਜਾਂਦਾ ਮਈ ਦੇ ਵਿੱਚ। ਹੁਣ ਸੈਕਿੰਡ ਸੰਡੇ ਵਾਲੇ ਦਿਨ ਕਿਸੇ ਸਾਲ ਡੇਟ ਵੱਖਰੀ ਹੁੰਦੀ ਹੈ, ਕਿਸੇ ਸਾਲ ਵੱਖਰੀ ਹੁੰਦੀ ਹੈ। ਇਸ ਸਾਲ ਜਿਹੜੀ ਡੇਟ ਸੀਗੀ ਉਹ ਸੀਗੀ 8 ਮਈ 2022, ਠੀਕ ਹੈ। ਪੁੱਛਿਆ ਜਾ ਸਕਦਾ ਤੁਹਾਨੂੰ ਮਦਰ ਡੇ ਕਦੋਂ ਮਨਾਇਆ ਜਾਂਦਾ? ਸੈਕਿੰਡ ਸੰਡੇ ਆਫ ਮਈ। ਇਸ ਸਾਲ ਕਦੋਂ ਮਨਾਇਆ ਗਿਆ? 8 ਮਈ ਨੂੰ ਮਨਾਇਆ ਗਿਆ। ਤਾਂ ਰਾਜੇ ਮਨਾਇਆ ਕਿਉਂ ਗਿਆ ਸੀਗਾ? ਪਹਿਲਾ ਮਦਰ ਡੇ ਜਿਹੜਾ ਮਨਾਇਆ ਗਿਆ ਰਾਜੇ, ਇੱਕ ਲੇਡੀ ਸੀਗੀ ਐਨਾ ਜਰਵਿਸ, ਠੀਕ ਹੈ, ਐਨਾ ਜਰਵਿਸ ਨਾਂ ਦੀ ਲੇਡੀ ਸੀਗੀ। ਉਹਨੇ 1908 ਵਿੱਚ ਮਨਾਇਆ ਸੀ ਆਪਣੀ ਮਾਂ ਦੀ ਯਾਦ ਦੇ ਵਿੱਚ, ਠੀਕ ਹੈ, ਆਪਣੀ ਮਾਂ ਨੂੰ ਯਾਦ ਦੇ ਵਿੱਚ ਜਾਂ ਉਹਦੀ ਮੈਮਰੀ ਦੇ ਵਿੱਚ ਕਹਿ ਲਓ ਜਾਂ ਉਹਦੇ ਵਾਸਤੇ ਮਨਾਇਆ ਸੀਗਾ। ਤਾਂ ਇਸੇ ਕਰਕੇ ਜਿਹੜਾ ਇਹ ਡੇ ਹੈਗਾ ਰਾਜੇ ਆਪਣੀ ਮਾਂ ਨੂੰ ਡੈਡੀਕੇਟ ਹੈ ਆਪਣਾ, ਠੀਕ ਹੈ, ਆਪਣੀ ਮਦਰ ਨੂੰ ਡੈਡੀਕੇਟ ਹੈ। ਵੈਸੇ ਤਾਂ ਆਪਾਂ ਆਪਣੀ ਮਾਂ ਨੂੰ ਕੁਝ ਦੇ ਨਹੀਂ ਸਕਦੇ ਕਿਉਂਕਿ ਮਾਂ ਕਹਿੰਦੇ ਹੁੰਦੇ ਰੱਬ ਦਾ ਰੂਪ ਹੁੰਦੀ ਹੈ, ਠੀਕ ਹੈ। ਤਾਂ ਮਾਂ ਨੂੰ ਆਪਾਂ ਕੁਝ ਵੀ ਨਹੀਂ ਦੇ ਸਕਦੇਗੇ, ਬਟ ਫਿਰ ਵੀ ਉਹਨਾਂ ਦੇ ਆਨਰ ਵਾਸਤੇ ਆਪਾਂ ਇਹ ਡੇ ਮਨਾਉਣੇ ਆ, ਮਦਰ ਡੇ। ਤਾਂ ਕਦੋਂ ਮਨਾਇਆ ਜਾਂਦਾ ਰਾਜੇ? ਸੈਕਿੰਡ ਸੰਡੇ ਆਫ ਮਈ, ਠੀਕ ਹੈ, ਯਾਦ ਰੱਖ ਲਿਓ ਪਲੀਜ਼ ਇਹਨੂੰ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੀ। ਵੈਸੇ ਜਿਹੜੇ ਮੈਂ ਉੱਪਰ ਪੁਆਇੰਟ ਡਿਸਕਸ ਕੀਤੇ ਆ ਇਹ ਵੀ ਬਹੁਤ ਇੰਪੋਰਟੈਂਟ ਹੈ। ਹੁਣ ਪ੍ਰੈਗਨੈਂਸੀ ਕੀ ਹੁੰਦੀ ਹੈ ਰਾਜੇ? ਤੁਸੀਂ ਸਾਰੀਆਂ ਹੀ ਮੇਰੀਆਂ ਭੈਣਾਂ ਨੂੰ ਪਤਾ ਹੀ ਹੋਊਗਾ, ਠੀਕ ਹੈ, ਆਪਾਂ ਸਾਰੇ ਇਹਦੇ ਬਾਰੇ ਅਵੇਅਰਨੈਸ ਹੈਗੀ ਆਪਾਂ ਨੂੰ। ਬਟ ਫਿਰ ਵੀ ਇੱਕ ਟੈਕਨੀਕਲ ਟਰਮ ਦੇ ਤੌਰ ਤੇ ਅਗਰ ਆਪਾਂ ਦੇਖੀਏ, ਕਹਿੰਦਾ ਜੀ ਪ੍ਰੈਗਨੈਂਸੀ ਇਜ਼ ਦਾ ਟਰਮ ਯੂਜ਼ਡ ਟੂ ਡਿਸਕ੍ਰਾਈਬ ਦਾ ਪੀਰੀਅਡ ਇਨ ਵਿਚ ਦਾ fetus develop inside the woman womb or uterus। ਕਹਿਣ ਦਾ ਮਤਲਬ ਕੀ ਹੈ ਕਿ ਗਰਭ ਅਵਸਥਾ ਕਾਹਦਾ ਵਰਣਨ ਕਰਦੀ ਹੈ, ਕਿਹੜੀ ਪੋਜੀਸ਼ਨ ਸਥਿਤੀ ਦਾ ਵਰਣਨ ਕਰਦੀ ਹੈ? ਜਦੋਂ ਇੱਕ ਔਰਤ ਦੀ ਕੁੱਖ ਜਾਂ ਬੱਚੇਦਾਨੀ ਦੇ ਅੰਦਰ ਕੀ ਹੁੰਦਾ, ਇੱਕ ਭਰੂਣ ਵਿਕਸਿਤ ਹੁੰਦਾ ਹੈ। ਭਰੂਣ ਸਮਝ ਗਏ, ਮਤਲਬ ਕਿ ਵੱਖਰੀ ਵੱਖਰੀ ਸਟੇਜਿਸ ਹੁੰਦੀਆਂ ਨੇ ਬੱਚੇ ਦੀਆਂ ਵਿਕਸਿਤ ਹੋਣ ਦੀਆਂ। ਤਾਂ ਇਹਨੂੰ ਆਪਾਂ ਕਹਿ ਦਾਂਗੇ ਜੀ ਪ੍ਰੈਗਨੈਂਸੀ। ਓਕੇ, ਬਾਕੀ ਇਹਦੇ ਉੱਪਰ ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਸਿੰਪਲ ਕੁਐਸਚਨ ਪੁੱਛਿਆ ਜਾਊਗਾ। ਹੁਣ ਕਹਿੰਦਾ ਜੀ ਪ੍ਰੈਗਨੈਂਸੀ ਜਿਹੜੀ ਹੁੰਦੀ ਹੈ ਯੂਜ਼ਲੀ ਉਹ ਹੁੰਦੀ ਹੈ ਜੀ 40 ਵੀਕ ਦੀ ਜਾਂ ਆਪਾਂ ਕਹਿ ਦਿੰਦੇ 9 ਮਹੀਨਿਆਂ ਦੀ, ਠੀਕ ਹੈ, ਜਿਹੜੀ ਨਾਰਮਲ ਹੁੰਦੀ ਹੈ। ਹੁਣ ਘੱਟ ਵੱਧ ਹੋ ਸਕਦੀ ਹੈ, ਠੀਕ ਹੈ, ਇਹ ਡਿਪੈਂਡ ਕਰਦਾ ਕਾਫੀ ਸਾਰੇ ਜਿਹੜੇ ਫੈਕਟਰ ਹੁੰਦੇ ਨੇ ਜਾਂ ਫਿਰ ਸਰਕਮਟੈਂਸ ਹੁੰਦੇ ਨੇ। ਤਾਂ ਜਿਹੜੀ ਮੈਡੀਕਲ ਕਹਿੰਦੀ ਹੈ, ਠੀਕ ਹੈ, ਉਹ ਕਹਿੰਦੀ ਹੈ ਜੀ 40 ਵੀਕ ਦੀ ਹੁੰਦੀ ਹੈ ਜਾਂ ਫਿਰ ਆਪਾਂ ਕਹਿ ਦਿੰਦੇ ਜਿਹਨੂੰ ਆਪਾਂ ਜਨਰਲੀ 9 ਮਹੀਨਿਆਂ ਦੀ ਕਹਿ ਦਿੰਦੇ ਆ। ਇਹ ਮੈਜ਼ਰ ਕਿਵੇਂ ਕਰਦੇ ਆ ਪ੍ਰੈਗਨੈਂਸੀ? ਜਦੋਂ ਤੋਂ ਕਹਿੰਦੇ ਜੀ ਆਪਾਂ ਨੂੰ ਲਾਸਟ ਮੈਂਸਟਰਲ ਪੀਰੀਅਡ ਆਏ ਸੀ ਤਾਂ ਡਿਲੀਵਰੀ ਤੋਂ ਲੈ ਕੇ ਤੱਕ, ਠੀਕ ਹੈ, ਲਾਸਟ ਜਿਹੜੇ ਪੀਰੀਅਡ ਆਏ ਸੀ ਉਸ ਤੋਂ ਲੈ ਕੇ ਜਿੰਨੇ ਤੱਕ ਆਪਣੀ ਡਿਲੀਵਰੀ ਨਹੀਂ ਹੁੰਦੀ ਉਹ ਸਾਰਾ ਜਿਹੜਾ ਪੀਰੀਅਡ ਹੁੰਦਾ ਰਾਜੇ ਉਹ ਪ੍ਰੈਗਨੈਂਸੀ ਪੀਰੀਅਡ ਹੁੰਦਾ ਹੈ, ਠੀਕ ਹੈ। ਤਾਂ ਲਿਖਿਆ ਹੋਇਆ ਰਾਜੇ ਕਹਿੰਦਾ ਜੀ ਗਰਭ ਅਵਸਥਾ ਆਮ ਤੌਰ ਤੇ ਲਗਭਗ 40 ਹਫ਼ਤਿਆਂ ਦੀ ਜਾਂ ਫਿਰ 9 ਮਹੀਨਿਆਂ ਤੱਕ ਰਹਿੰਦੀ ਹੈ, ਜਿਵੇਂ ਕਿ ਆਖਰੀ ਮਾਹਵਾਰੀ ਤੋਂ ਲੈ ਕੇ ਡਿਲੀਵਰੀ ਤੱਕ ਦੇ ਸਮਾਂ ਜਿਹੜਾ ਹੁੰਦਾ ਉਹਨੂੰ ਮਾਪਿਆ ਜਾਂਦਾ। ਕਾਹਦੇ ਵਾਸਤੇ? ਪ੍ਰੈਗਨੈਂਸੀ ਵਾਸਤੇ। ਇਹ ਬਹੁਤ ਇੰਪੋਰਟੈਂਟ ਹੈ ਰਾਜੇ ਤੁਹਾਡੇ ਵਾਸਤੇ 40 ਵੀਕਸ, ਕਿਉਂਕਿ 9 ਮਹੀਨੇ ਸਾਰਿਆਂ ਨੂੰ ਪਤਾ ਹੁੰਦਾ ਲੇਕਿਨ 40 ਵੀਕ ਦੇ ਬਾਰੇ ਨਹੀਂ ਪਤਾ ਹੁੰਦਾ। ਤਾਂ ਹੁਣ ਤੁਸੀਂ ਸਰਚ ਨਾ ਕਰਿਓ, ਗੂਗਲ ਤੇ ਸਰਚ ਕਰਨ ਲੱਗ ਜਾਓਗੇ ਤਾਂ ਵੱਖਰੇ ਵੱਖਰੇ ਹੋਣਗੇ। ਇਹ ਮੈਂ ਬਿਲਕੁਲ ਅਥੈਂਟੀਕੇਟ ਤੁਹਾਡੇ ਵਾਸਤੇ ਲੈ ਕੇ ਆਇਆ, ਪਲੀਜ਼। ਤਾਂ 40 ਵੀਕ ਯਾਦ ਰੱਖ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਹੋਰ ਇਹਦੇ ਵਿੱਚ ਕੀ ਪੜ੍ਹਨਾ ਹੈ। ਕਹਿੰਦਾ ਜੀ ਹੈਲਥ ਕੇਅਰ ਪ੍ਰੋਵਾਈਡ ਰੈਫਰ ਟੂ 3 ਸੈਗਮੈਂਟ ਆਫ ਦਾ ਪ੍ਰੈਗਨੈਂਸੀ ਕਾਲਡ ਟ੍ਰਾਈਮੈਸਟਰ, ਠੀਕ ਹੈ। ਹੁਣ ਜਿਹੜੇ ਹੈਲਥ ਕੇਅਰ ਹੁੰਦੀ ਹੈ ਜਾਂ WHO ਹੈ ਜਿਹੜੀ ਹੈਗੀ ਹੈ ਉਹ ਪ੍ਰੈਗਨੈਂਸੀ ਨੂੰ 3 ਭਾਗਾਂ ਵਿੱਚ ਡਿਵਾਈਡ ਕਰਦੀ ਹੈ, 3 ਟ੍ਰਾਈਮੈਸਟਰ ਦੇ ਵਿੱਚ ਡਿਵਾਈਡ ਕਰਦੀ ਹੈ। ਟ੍ਰਾਈਮੈਸਟਰ ਹੋ ਗਿਆ ਇੱਕ ਤਰ੍ਹਾਂ ਦਾ ਕਹਿ ਲਓ ਪੀਰੀਅਡ ਹੋ ਗਿਆ, ਜਿਵੇਂ ਮੈਂ ਕਹਦਾ ਮੈਂ ਤੁਹਾਨੂੰ 1 ਤਰੀਕ ਤੋਂ ਲੈ ਕੇ 30 ਤਰੀਕ, ਉਹ ਇੱਕ ਟ੍ਰਾਈਮੈਸਟਰ ਹੋ ਗਿਆ। ਤਾਂ 3 ਭਾਗਾਂ ਦੇ ਵਿੱਚ ਬਣਦੀ ਹੈ ਰਾਜੇ। ਕਿਹੜੇ ਕਿਹੜੇ ਭਾਗ ਨੇ?
ਪਹਿਲਾ ਹੈਗਾ ਟ੍ਰਾਈਮੈਸਟਰ, ਜਿਹੜਾ ਪਹਿਲਾ ਭਾਗ ਹੈਗਾ ਕਹਿੰਦਾ ਜੀ ਪਹਿਲੇ ਵੀਕ ਤੋਂ ਲੈ ਕੇ 12ਵੇਂ ਵੀਕ ਤੱਕ, ਪਹਿਲੇ ਹਫਤੇ ਤੋਂ ਲੈ ਕੇ 12ਵੇਂ ਹਫਤੇ ਤੱਕ ਜਿਹੜਾ ਹੁੰਦਾ ਉਹਨੂੰ ਕਹਿ ਦਿੰਦੇ ਪਹਿਲਾ ਟ੍ਰਾਈਮੈਸਟਰ। ਠੀਕ ਹੈ, ਕਿਉਂਕਿ ਜਿਹੜੀ ਆਪਣੀ ਪ੍ਰੈਗਨੈਂਸੀ ਹੈਗੀ ਉਹ 40 ਹਫਤਿਆਂ ਦੀ ਹੈ। ਤੈਨੂੰ ਤਿੰਨ ਭਾਗਾਂ ਵਿੱਚ ਵੰਡ ਲਿਆ ਉਹਨਾਂ ਨੇ। ਕਿਹੜੇ ਕਿਹੜੇ ਤਿੰਨ ਭਾਗਾਂ 'ਚ ਵੰਡ ਲਿਆ? ਪਹਿਲਾ ਭਾਗ ਕੀ ਹੈ ਜੀ, ਜਿਹਦੇ ਵਿੱਚ ਪਹਿਲੇ ਵੀਕ ਤੋਂ ਲੈ ਕੇ 12ਵਾਂ ਵੀਕ ਹੁੰਦਾ ਹੈ। ਸੈਕੰਡ ਭਾਗ ਕਿਹੜਾ, ਜਿਹਦੇ ਵਿੱਚ 13ਵੇਂ ਤੋਂ ਲੈ ਕੇ 28ਵਾਂ ਤੇ ਅੱਗੇ 29ਵੇਂ ਤੋਂ ਲੈ ਕੇ 40ਵਾਂ। ਤਾਂ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਰਾਜੇ। ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਪਾਰਟ ਹੈ ਵੀ ਕਿੰਨੇ ਟ੍ਰਾਈਮੈਸਟਰ ਜਾਂ ਕਿੰਨੇ ਸਮੇਂ ਦੇ ਵਿੱਚ ਵੰਡਿਆ ਗਿਆ ਪ੍ਰੈਗਨੈਂਸੀ ਨੂੰ, ਤਾਂ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਪਲੀਜ਼ ਇਹਨੂੰ ਵਾਚ ਕਰ ਲਿਓ, ਯਾਦ ਰੱਖ ਲਿਓ, ਇਹ ਤੁਹਾਡੇ ਵਾਸਤੇ ਇੰਪੋਰਟੈਂਟ ਰਹੂਗਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਦੇਖੋ ਆ ਤੁਹਾਡੇ ਸਾਹਮਣੇ ਮੈਂ ਪਿਕਚਰ ਵੀ ਬਣਾਤੀ ਹੈ। ਜਿਹੜਾ ਆਪਣਾ ਫੈਟਲ ਹੈ ਡਿਵੈਲਪਮੈਂਟ ਉਹਦੀ ਕਿਵੇਂ ਹੁੰਦੀ ਹੈ, ਸਟੇਜ ਉਹਦੀ ਗਰੋਥ ਕਿਵੇਂ ਹੁੰਦੀ ਹੈ ਰਾਜੇ। ਦੇਖੋ ਇਹ ਜਿਹੜਾ ਹੈਗਾ ਪਹਿਲਾ ਟ੍ਰਾਈਮੈਸਟਰ ਹੈ, ਇਹ ਫਿਰ ਸੈਕੰਡ ਟ੍ਰਾਈਮੈਸਟਰ ਹੈ, ਥਰਡ, ਇਸ ਤੋਂ ਬਾਅਦ ਫਿਰ ਬੱਚੇ ਦਾ ਬਰਥ ਹੋ ਜਾਂਦਾ ਹੈ। ਤਾਂ ਤਿੰਨ ਟ੍ਰਾਈਮੈਸਟਰ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕੀਤਾ ਹੋਇਆ। ਤੁਸੀਂ ਆ ਦੇਖੋ ਜਿਹੜੀ ਆਹ ਵੂਮਨ ਦੀ ਸ਼ੇਪ ਬਣੀ ਹੋਈ ਹੈ, ਤੁਸੀਂ ਪੇਟ ਦੀ ਸ਼ੇਪ ਦੇਖ ਸਕਦੇ ਹੋ, ਕਿਸ ਤਰ੍ਹਾਂ ਉਹਦੀ ਡਿਵੈਲਪਮੈਂਟ ਹੋ ਰਹੀ ਹੈ, ਕਿਸ ਤਰ੍ਹਾਂ ਉਹ ਪੇਟ ਬਾਹਰ ਨੂੰ ਉੱਭਰ ਰਿਹਾ। ਤਾਂ ਠੀਕ ਹੈ, ਇਹ ਇੱਕ ਸਟੇजेस ਹੁੰਦੀਆਂ ਨੇ ਰਾਜੇ ਪ੍ਰੈਗਨੈਂਸੀ ਦੀਆਂ, ਇਹ ਯਾਦ ਰੱਖਣੀਆਂ ਤੁਸੀਂ। ਤਿੰਨ ਟ੍ਰਾਈਮੈਸਟਰ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਗਿਆ। ਹੁਣ ਆਪਾਂ ਦੇਖਦੇ ਹਾਂ ਵੀ ਜਿਹੜੇ ਟ੍ਰਾਈਮੈਸਟਰ ਹੈਗੇ ਆ ਉਹਦੇ ਵਿੱਚ ਕੀ ਕੀ ਆਪਣੇ ਵਿੱਚ ਚੇਂजेस ਆਉਂਦੀਆਂ ਨੇ। ਜਿਹੜੀਆਂ ਆਪਣੀਆਂ ਵੂਮਨ ਹੁੰਦੀਆਂ ਨੇ, ਆਪਣੀਆਂ ਮਾਵਾਂ ਹੁੰਦੀਆਂ ਨੇ, ਉਹਨਾਂ ਵਿੱਚ ਕਿਹੜੇ ਕਿਹੜੇ ਚੇਂजेस ਦੇਖਣ ਨੂੰ ਮਿਲਦੇ ਆ। ਤਾਂ ਬਹੁਤ ਮਤਲਬ ਕਿ ਐਂ ਕਹਿ ਲਓ ਵੀ ਮੈਂ ਕਈ ਵਾਰ ਸੋਚਦਾ ਹੁੰਦਾ, ਮੈਂ ਸੋਚਿਆ ਚਲੋ ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਹੀ ਹੁੰਦਾ। ਮੈਂ ਤਾਂ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਮੈਂ ਚੈਨਲ ਸਟਾਰਟ ਕਰੂੰਗਾ, ਬਟ ਮੈਂ ਹਮੇਸ਼ਾ ਨਾ ਇੱਕ ਬੁੱਕ ਲਿਖਣੀ ਚਾਹੁੰਦਾ ਹੈ। ਉਹ ਬੁੱਕ ਮੈਂ ਹਮੇਸ਼ਾ ਔਰਤਾਂ ਦੇ ਉੱਪਰ ਲਿਖਣਾ ਚਾਹੁੰਦਾ ਕਿ ਉਹਨਾਂ ਨੂੰ ਕੀ ਕੀ ਸਹਿਣਾ ਪੈਂਦਾ ਹੈ। ਚਾਹੇ ਉਹ ਇੱਕ ਛੋਟੀ ਜਿਹੀ ਬੱਚੀ ਹੈ, ਚਾਹੇ ਉਹ ਇੱਕ ਜਵਾਨ ਕੁੜੀ ਹੈ, ਚਾਹੇ ਉਹ ਸਮਾਜ ਦੇ ਵਿੱਚ ਬਾਹਰ ਨਿਕਲਦੀ ਹੈ, ਜਾਂ ਉਹ ਇੱਕ ਵਿਆਹਣ ਤੋਂ ਬਾਅਦ ਉਹਨੂੰ ਕੀ ਕੀ ਪ੍ਰੋਬਲਮ ਮਤਲਬ ਸਾਹਮਣਾ ਕਰਨਾ ਪੈਂਦਾ, ਜਦੋਂ ਉਹ ਬੁੱਢੀ ਹੋ ਜਾਂਦੀ ਕੀ ਕੀ ਪ੍ਰੋਬਲਮ ਸਾਹਮਣਾ ਕਰਨੇ ਪੈਂਦੀਆਂ। ਇਹ ਮੇਰੀ ਮਨ ਦੀ ਖੁਆਇਸ਼ ਹੈ, ਜੇ ਪਰਮਾਤਮਾ ਨੇ ਚਾਹਿਆ ਜ਼ਰੂਰ ਬੁੱਕ ਲਿਖਾਂਗੇ ਆਪਾਂ। ਤਾਂ ਕਹਿੰਦਾ ਜੀ ਫਸਟ ਟ੍ਰਾਈਮੈਸਟਰ ਜਿਹੜਾ ਆਪਾਂ ਵੀਕ ਤੁਹਾਨੂੰ ਮੈਂ ਦੱਸਤਾ 1 ਤੋਂ ਲੈ ਕੇ 12ਵਾਂ ਵੀਕ ਹੁੰਦਾ ਰਾਜੇ। ਠੀਕ ਹੈ, ਉੱਪਰ ਪੜਾਇਆ ਹੋਇਆ ਤੁਹਾਨੂੰ ਮੈਂ, ਦੇਖੋ। ਠੀਕ ਹੈ, ਇਹਦੇ ਵਿੱਚ ਹੁਣ ਕੀ ਹੁੰਦਾ, ਕਹਿੰਦਾ ਜੀ ਬੋਡੀ ਅੰਡਰਗੋ ਮੈਨੀ ਚੇਂजेस, ਹਾਰਮੋਨ ਆਪਣੇ ਬਹੁਤ ਚੇਂਜ ਹੁੰਦੇ ਆ ਰਾਜੇ। ਅੱਗੇ ਮੈਂ ਪੰਜਾਬੀ 'ਚ ਵੀ ਲਿਖਿਆ ਹੋਇਆ। ਹਰੇਕ ਮਤਲਬ ਕਿ ਆਰਗਨ ਸਿਸਟਮ ਬੋਡੀ ਦੇ ਅੰਦਰ ਕੀ ਹੈ, ਹਾਰਮੋਨ ਕੀ ਕਰਦਾ, ਇਫੈਕਟ ਕਰਦਾ। ਹੁਣ ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਦੇਖੋ ਜਿਹੜੇ ਆਪਣੇ ਮਹਾਮਾਰੀ ਦੇ ਪੀਰੀਅਡਸ ਹੁੰਦੇ ਨੇ ਰਾਜੇ, ਉਹ ਸਟਾਪ ਹੋ ਜਾਂਦੇ ਨੇ। ਉੱਥੋਂ ਪਤਾ ਲੱਗ ਜਾਂਦਾ ਇੱਕ ਸਾਈਨ ਹੈ ਪ੍ਰੈਗਨੈਂਸੀ ਦਾ। ਠੀਕ ਹੈ ਜੀ, ਅਦਰ ਚੇਂजेस ਕੀ ਆਉਂਦੀਆਂ ਨੇ ਆਪਾਂ ਨੂੰ, ਐਕਸਟ੍ਰੀਮ ਟਾਇਰਡਨੈਸ ਰਹਿੰਦੀ ਹੈ, ਆਪਾਂ ਨੂੰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈ। ਦੂਜਾ ਮਾਰਨਿੰਗ ਸਿਕਨੈਸ ਰਹਿੰਦੀ ਹੈ, ਜਦੋਂ ਆਪਾਂ ਸਵੇਰੇ ਉੱਠਦੇ ਆਪਾਂ ਤਰੋਤਾਜ਼ਾ ਮਹਿਸੂਸ ਨਹੀਂ ਕਰਦੇ, ਆਪਾਂ ਬਹੁਤ ਥਕਾਵਟ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ ਕਹਿੰਦਾ ਜੀ ਜਿਹੜਾ ਆਪਣਾ ਸਟੋਮਚ ਹੁੰਦਾ ਹੈ, ਜਿਹੜਾ ਢਿੱਡ ਹੁੰਦਾ ਹੈ, ਢਿੱਡ ਥੋੜਾ ਜਿਹਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੀ ਹੈ ਜੀ, ਆਪਣਾ ਮੂਡ ਸਵਿੰਗ ਹੁੰਦਾ ਹੈ। ਮੂਡ ਸਵਿੰਗ ਦਾ ਮਤਲਬ ਕਿ ਬੰਦੇ ਨੂੰ ਬਹੁਤ ਜਲਦੀ ਗੁੱਸਾ ਵੀ ਆਉਂਦਾ ਹੈ, ਬੰਦਾ ਖੁਸ਼ ਵੀ ਰਹਿੰਦਾ ਹੈ, ਜਾਂ ਬੰਦੇ ਦਾ ਕੁਝ ਖਾਣ ਨੂੰ ਦਿਲ ਕਰਦਾ ਹੈ, ਸਿਰ ਦਰਦ ਰਹਿੰਦਾ ਹੈ, ਹਾਰਟ ਦਿਲ ਦੇ ਵਿੱਚ ਜਲਨ ਰਹਿੰਦੀ ਹੈ। ਕਹਿਣ ਦਾ ਮਤਲਬ ਕਾਫੀ ਸਾਰੀਆਂ ਚੇਂजेस ਆਉਂਦੀਆਂ ਨੇ। ਇਹ ਤੁਹਾਨੂੰ ਐਗਜ਼ਾਮ 'ਚ ਬਹੁਤ ਘੱਟ ਪੁੱਛੀਆਂ ਜਾਣਗੀਆਂ, ਬਟ ਜਨਰਲ ਨੌਲੇਜ ਵਾਸਤੇ ਤੁਹਾਨੂੰ ਮੈਂ ਦੱਸ ਰਿਹਾ। ਤਾਂ ਪੰਜਾਬੀ ਦੇ ਵਿੱਚ ਵੀ ਲਿਖਿਆ ਗਿਆ ਰਾਜੇ, ਤੁਸੀਂ ਪੜ੍ਹ ਸਕਦੇ ਹੋ। ਅਗਲੀ ਗੱਲ ਕਰਦੇ ਹਾਂ ਰਾਜੇ ਸੈਕੰਡ ਟ੍ਰਾਈਮੈਸਟਰ। ਸੈਕੰਡ ਟ੍ਰਾਈਮੈਸਟਰ ਦੇ ਵਿੱਚ ਕੀ ਹੁੰਦਾ, ਦੇਖੋ ਪੰਜਾਬੀ 'ਚ ਪੜ੍ਹਾ ਦਿੰਦਾ। ਥਕਾਵਟ ਵਰਗੇ ਜਿਹੜੇ ਲੱਛਣ ਹੁੰਦੇ ਥੋੜੇ ਥੋੜੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਜਿਵੇਂ ਜਿਵੇਂ ਬੱਚਾ ਵੱਧਦਾ ਰਾਜੇ ਪੇਟ ਦਾ ਵਿਸਤਾਰ ਵੀ ਹੁੰਦਾ। ਠੀਕ ਹੈ, ਤੁਹਾਨੂੰ ਮੈਂ ਦਿਖਾਇਆ ਹੀ ਆ ਉੱਪਰ, ਹਨਾ। ਕਹਿੰਦਾ ਜੀ ਇਸ ਟ੍ਰਾਈਮੈਸਟਰ ਦੇ ਖਤਮ ਹੋਣ ਤੋਂ ਪਹਿਲਾਂ ਬੱਚੇ ਦੀ ਹਰਕਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਤਾਂ ਕਹਿਣ ਦਾ ਮਤਲਬ ਆਪਾਂ ਕਈ ਵਾਰੀ ਕਹਿੰਦੇ ਆ ਨਾ ਕਿ ਬੱਚੇ ਨੇ ਪੇਟ ਦੇ ਵਿੱਚ ਲੱਤ ਮਾਰੀ ਜਾਂ ਬਾਹ ਮਾਰੀ, ਹਨਾ, ਉਹਦੀ ਹਰਕਤਾਂ ਮਹਿਸੂਸ ਹੁੰਦੀਆਂ ਨੇ, ਉਹ ਸੈਕੰਡ ਟ੍ਰਾਈਮੈਸਟਰ ਦੇ ਵਿੱਚ ਮਹਿਸੂਸ ਹੁੰਦੀਆਂ ਨੇ। ਇਸ ਤੋਂ ਇਲਾਵਾ ਆਪਣੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ। ਕਹਿਣ ਦਾ ਮਤਲਬ ਪੇਟ ਦੇ ਅੰਦਰ ਬੱਚਾ ਆਪਣੀ ਜਗ੍ਹਾ ਬਣਾਉਂਦਾ, ਉਹ ਗਰੋਥ ਹੋ ਰਹੀ ਹੁੰਦੀ ਹੈ। ਤਾਂ ਇਸ ਟ੍ਰਾਈਮੈਸਟਰ ਦੇ ਵਿੱਚ ਕੀ ਹੁੰਦਾ, ਬਹੁਤ ਸਾਰੀਆਂ ਚੇਂजेस ਬੋਡੀ ਦੇ ਵਿੱਚ ਆਉਂਦੀਆਂ ਨੇ। ਇਸ ਤੋਂ ਇਲਾਵਾ ਅਗਰ ਅਦਰ ਪੁਆਇੰਟ ਦੀ ਗੱਲ ਕਰੀਏ ਰਾਜੇ, ਅਦਰ ਪੁਆਇੰਟ ਕੀ ਹੈ, ਸਰੀਰ ਦੇ ਵਿੱਚ ਦਰਦ ਰਹਿੰਦਾ ਹੈ, ਪੇਟ ਜਾਂ ਆਪਣੀ ਛਾਤੀ ਜਾਂ ਪੱਟ ਜਿਹੜੇ ਖਿੱਚ ਦਾ ਨਿਸ਼ਾਨ ਬਣ ਜਾਂਦੇ ਆ, ਕਿਉਂਕਿ ਉਹ ਬੋਡੀ ਕੀ ਹੁੰਦੀ ਹੈ, ਸਟ੍ਰੈਚ ਹੁੰਦੀ ਰਹਿੰਦੀ ਹੈ। ਜਾਂ ਆਪਣੀ ਚੰਚਨਾਹਟ ਜਿਹਨੂੰ ਕਹਿ ਦਿੰਦੇ ਆ, ਜਾਂ ਫਿਰ ਸੁੰਨ ਹੋਣਾ, ਇਹ ਆਮ ਨਾਰਮਲ ਗੱਲ ਹੁੰਦੀ ਹੈ। ਆਪਣੇ ਪੈਰਾਂ ਜਾਂ ਹੱਥਾਂ ਦੀਆਂ ਹਥੇਲੀਆਂ ਤੇ ਕੀ ਆ, ਖਾਰਿਜ ਹੋਣੀ, ਖੁਜਲੀ ਹੋਣੀ, ਇਹ ਹੋ ਸਕਦੀ ਹੈ। ਇਹ ਆਮ ਹੈ ਸੈਕੰਡ ਟ੍ਰਾਈਮੈਸਟਰ ਦੇ ਅੰਡਰ। ਥਰਡ ਟ੍ਰਾਈਮੈਸਟਰ ਦੇ ਵਿੱਚ ਕੀ ਹੁੰਦਾ ਬੇਟੇ, ਇਹਦੇ ਵਿੱਚ ਜਿਹੜੀ ਬੇਆਰਾਮੀ ਬਹੁਤ ਜ਼ਿਆਦਾ ਮਤਲਬ ਕੀ ਰਹਿੰਦੀ ਹੈ। ਜਿਵੇਂ ਆਪਣੀ ਪਹਿਲੇ ਟ੍ਰਾਈਮੈਸਟਰ 'ਚ ਦੇਖੀ ਹੈ, ਸੈਕੰਡ 'ਚ, ਤਾਂ ਥਰਡ ਦੇ ਵਿੱਚ ਵੀ ਇਹ ਰਹਿੰਦੀ ਹੈ। ਜਾਂ ਅਕਸਰ ਕਹਿੰਦੇ ਜੇ ਆਪਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਬਾਥਰੂਮ ਵਾਰ-ਵਾਰ ਜਾਣਾ ਪੈਂਦਾ ਹੈ। ਜਿਵੇਂ ਬੱਚਾ ਵੱਡਾ ਹੋ ਰਿਹਾ ਹੁੰਦਾ ਉਵੇਂ ਜ਼ਿਆਦਾ ਦਬਾਅ ਪੈਂਦਾ ਬੋਡੀ ਦੇ ਉੱਪਰ। ਕੁਝ ਨਵੀਆਂ ਤਬਦੀਲੀਆਂ ਆਉਂਦੀਆਂ ਨੇ, ਸਾਹ ਦੀ ਕਮੀ, ਦਿਲ ਦਾ ਜਲਣ, ਉਲਟੀ, ਠੀਕ ਹੈ, ਹੋ ਸਕਦੀ ਹੈ। ਚਿਹਰੇ ਦੀ ਸੋਜ ਹੋ ਸਕਦੀ ਹੈ, ਸੌਂ 'ਚ ਸਮੱਸਿਆ ਹੋ ਸਕਦੀ ਹੈ। ਠੀਕ ਹੈ ਜੀ, ਤਾਂ ਇਹ ਸਾਰਾ ਹੈਗਾ ਜੀ ਆਪਣੇ ਟ੍ਰਾਈਮੈਸਟਰ ਦੇ ਅੰਦਰ ਜਿਹੜੇ ਆਪਣੇ ਕੀ ਹੁੰਦੇ ਆ, ਆਪਣੇ ਵਿੱਚ ਚੇਂजेस ਆਉਂਦੀਆਂ ਨੇ। ਤਾਂ ਆ ਹੈਗੀ ਜੀ ਸਟੇਜ ਆਫ ਡਿਵੈਲਪਮੈਂਟ। ਤੁਸੀਂ ਦੇਖੋ ਕਿਵੇਂ ਇੱਕ ਐਗ ਹੁੰਦਾ ਪਹਿਲਾਂ, ਠੀਕ ਹੈ, ਫਿਰ ਫਸਟ ਡੇ, ਫਿਰ 1 ਤੋਂ 5 ਦਿਨ ਹੋ ਗਏ, 2 ਦਿਨ ਹੋ ਗਏ, 1.5 ਡੇ ਹੋ ਗਏ, ਸੌਰੀ, ਫਿਰ ਦੇਖੋ ਵਧੀ ਜਾਂਦਾ 3 ਮੰਥ ਦਾ, ਠੀਕ ਹੈ ਜੀ, ਫਿਰ 9, ਫਿਰ 8 ਮੰਥ ਦਾ, ਫਿਰ 9 ਮੰਥ ਦਾ। ਤਾਂ ਕਹਿਣ ਦਾ ਮਤਲਬ ਇਹ ਡਿਵੈਲਪਮੈਂਟ ਸਟੇਜ ਹੈਗੀਆਂ ਨੇ ਆਪਣੇ, ਠੀਕ ਹੈ ਜੀ, ਭਰੂਣ ਦੀਆਂ। ਹੁਣ ਨੈਕਸਟ ਮੰਨ ਆਪਾਂ ਜਿਹੜੀ ਮੇਨ ਅੱਗੇ ਗੱਲ ਕਰਨ ਜਾ ਰਹੇ ਹਾਂ, ਪ੍ਰੈਗਨੈਂਸੀ ਆਪਾਂ ਨੂੰ ਸਮਝ ਆ ਗਿਆ ਕਿੰਨੇ ਹਫ਼ਤਿਆਂ ਦੀ ਹੁੰਦੀ ਹੈ, ਕਿੰਨੇ ਭਾਗਾਂ ਵਿੱਚ ਵੰਡੀ ਗਈ ਹੈ, ਕਿਹੜੇ ਕਿਹੜੇ ਚੇਂजेस ਆਉਂਦੇ ਆ। ਹੁਣ ਆਪਾਂ ਗੱਲ ਕਰਦੇ ਬੇਟੇ ਪ੍ਰੈਗਨੈਂਸੀ ਕੇਅਰ। ਹੁਣ ਕੇਅਰ ਤਾਂ ਦੇਖੋ ਸਾਰਿਆਂ ਨੂੰ ਪਤਾ ਹੋਊਗਾ ਕੀ ਕੀ ਕਰਨਾ ਚਾਹੀਦਾ। ਹੁਣ ਤੁਹਾਨੂੰ ਸਾਰਿਆਂ ਨੂੰ ਇਹ ਸਮਝਾਇਆ ਜਾਂਦਾ ਹੋਊਗਾ ਵੀ ਚੰਗੀ ਖੁਰਾਕ ਖਾਣੀ ਹੈ, ਡਾਕਟਰ ਕੋਲੇ ਰੈਗੂਲਰ ਚੈੱਕਅਪ ਕਰਾਉਣਾ ਹੈ, ਸਮੋਕ ਨਹੀਂ ਕਰਨਾ, ਡਰਿੰਕ ਨਹੀਂ ਕਰਨਾ। ਕਹਿਣ ਦਾ ਮਤਲਬ ਲੱਟਣ ਪੱਟਣ ਤੁਹਾਨੂੰ ਸਮਝਾਇਆ ਜਾਂਦਾ ਹੈ।
ਪਰ ਪੇਪਰ 'ਚ ਇਹ ਚੀਜ਼ ਨਹੀਂ ਪੁੱਛੀ ਜਾਊਗੀ। ਪੇਪਰ 'ਚ ਟੈਕਨੀਕਲ ਚੀਜ਼ਾਂ ਪੁੱਛੀਆਂ ਜਾਂਦੀਆਂ। ਮੈਂ ਜਿੰਨੇ ਵੀ ਚੈਨਲ ਦੇਖੇ ਇਹੀ ਚੀਜ਼ਾਂ ਪੜ੍ਹਾਈ ਜਾਂਦੇ ਆ। ਬਟ ਹਾਂ ਪੜ੍ਹਨਾ ਬਹੁਤ ਜ਼ਰੂਰੀ ਹੈ, ਲੇਕਿਨ ਜਿਹੜਾ ਟੈਕਨੀਕਲੀ ਉਹ ਪੜ੍ਹਨਾ ਬਹੁਤ ਜ਼ਰੂਰੀ ਹੈ। ਕਹਿੰਦਾ ਜੀ ਟੇਕਿੰਗ ਗੁੱਡ ਕੇਅਰ ਆਫ ਯੂਅਰਸੈਲਫ ਡਿਊਰਿੰਗ ਯੂਅਰ ਪ੍ਰੈਗਨੈਂਸੀ ਵਿਲ ਗਿਵ ਯੂਅਰ ਗਰੋਇੰਗ ਬੇਬੀ ਦ ਬੈਸਟ ਸਟਾਰਟ ਇਨ ਲਾਈਫ। ਤਾਂ ਕਹਿਣ ਦਾ ਮਤਲਬ ਅਗਰ ਤੁਸੀਂ ਬਹੁਤ ਜ਼ਿਆਦਾ ਖਿਆਲ ਰੱਖ ਰਹੇ ਹੋ ਆਪਣੀ ਗਰਭ ਅਵਸਥਾ ਦੇ ਦੌਰਾਨ, ਤਾਂ ਤੁਸੀਂ ਆਪਣੇ ਇੱਕ ਬੱਚੇ ਨੂੰ ਨਵਾਂ ਜੀਵਨ ਜਿਹੜਾ ਦੇਣ ਜਾ ਰਹੇ ਹੋ, ਇੱਕ ਸਿਹਤਮੰਦ ਜੀਵਨ ਦਵੋਗੇ, ਚੁਸਤ ਦੁਸਤ ਇੱਕ ਜੀਵਨ ਦਵੋਗੇ ਆਪਣੇ ਬੱਚੇ ਨੂੰ। ਤਾਂ ਕਹਿਣ ਦਾ ਮਤਲਬ ਇੱਕ ਮਦਰ ਦੇ ਉੱਪਰ ਡਿਪੈਂਡ ਕਰਦਾ ਹੁੰਦਾ ਉਹਨੇ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਦਾ ਜੀਵਨ ਦੇਣਾ ਹੈ। ਕਹਿੰਦੇ ਜੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਸਰਤ ਕਰਨਾ, ਚੰਗਾ ਖਾਣਾ ਪੀਣਾ, ਠੀਕ ਹੈ ਜੀ, ਸਿਹਤਮੰਦ ਗਰਭ ਅਵਸਥਾ ਦੇ ਦੌਰਾਨ ਕਹਿੰਦਾ ਜੀ ਮਦਦ ਕਰਨ ਦੇ ਵਿੱਚ ਬਹੁਤ ਸਹਾਈ ਹੁੰਦਾ ਹੈ। ਤਾਂ ਇਹ ਨਾਰਮਲ ਜੀਆਂ ਗੱਲਾਂ ਹੈਗੀਆਂ, ਪ੍ਰੈਗਨੈਂਸੀ ਕੇਅਰ ਦੇ ਵਿੱਚ ਆ ਜਾਂਦੀਆਂ। ਹੁਣ ਆਪਾਂ ਜਿਹੜੀ ਟੈਕਨੀਕਲ ਟਰਮ ਦੀ ਗੱਲ ਕਰਦੇ ਹਾਂ ਰਾਜੇ, ਇੱਕ ਹੁੰਦੀ ਹੈ ਪ੍ਰੀਨੈਟਲ ਕੇਅਰ ਹੁੰਦੀ ਹੈ, ਜਿਹਨੂੰ ਅਨੈਂਟਲ ਕੇਅਰ ਵੀ ਬੋਲਦੇ ਆ, ਪ੍ਰੀਨੈਟਲ ਕੇਅਰ। ਪ੍ਰੀਨੈਟਲ ਕੇਅਰ ਦਾ ਮਤਲਬ ਪ੍ਰੀ ਦਾ ਮਤਲਬ ਕੀ ਹੁੰਦਾ ਪਹਿਲਾਂ, ਪ੍ਰੀ ਦਾ ਮਤਲਬ ਕੀ ਹੁੰਦਾ ਪਹਿਲਾਂ, ਠੀਕ ਹੈ। ਨੈਟਲ ਮਤਲਬ ਗਰਭ ਅਵਸਥਾ ਤੋਂ ਪਹਿਲਾਂ ਦੀ ਕੇਅਰ ਜਿਹੜੀ ਹੁੰਦੀ ਉਹਨੂੰ ਕਹਿ ਦਿੰਦੇ ਪ੍ਰੀਨੈਟਲ ਕੇਅਰ। ਹੁਣ ਇਹ ਕੇਅਰ ਕਿਹੜੀ ਹੁੰਦੀ, ਜਦੋਂ ਆਪਾਂ ਡਾਕਟਰ ਕੋਲੇ ਜਾਂਦੇ ਆ, ਜਾਂ ਹੁਣ ਜਿਹੜੇ ਆਪਾਂ ਤਾਂ ਚਲੋ ਹੁਣ ਇੱਕ ਮਿਡਲ ਫੈਮਿਲੀ ਨੂੰ ਬਿਲੋਂਗ ਕਰਦੇ ਆ, ਆਪਾਂ ਕਦੋਂ ਕੇਅਰ ਕਰਦੇ ਆ, ਜਦੋਂ ਆਪਣੀ ਪ੍ਰੈਗਨੈਂਸੀ ਸਟਾਰਟ ਹੋ ਜਾਂਦੀ ਆ, ਘੱਟੋ ਘੱਟ ਜਿਵੇਂ ਮੰਨ ਲਓ 15 ਦਿਨ ਦੀ ਜਾਂ 1 ਹਫ਼ਤੇ ਦੀ ਜਾਂ ਕਹਿ ਲਓ ਮਹੀਨੇ ਦੀ ਹੋ ਜਾਂਦੀ ਹੈ। ਬਟ ਜਿਹੜੇ ਮਾਡਰਨ ਲੋਕ ਕਹਿ ਲਓ ਜਾਂ ਵੈਲ ਐਜੂਕੇਟਡ ਲੋਕ ਕਹਿ ਲਓ, ਉਹ ਪ੍ਰੈਗਨੈਂਸੀ ਡਿਸਾਈਡ ਕਰਨ ਤੋਂ ਪਹਿਲਾਂ ਹੀ ਡਾਕਟਰ ਨਾਲ ਸਲਾਹ ਕਰਦੇ ਆ, ਠੀਕ ਹੈ। ਇਹ ਪ੍ਰੀਨੈਟਲ ਕੇਅਰ ਦੇ ਵਿੱਚ ਇਹ ਸਭ ਕੁਝ ਆ ਜਾਂਦਾ ਹੈ, ਬਟ ਉਹ ਆਪਣੇ ਇੰਡੀਆ ਵਿੱਚ ਇਹ ਚੀਜ਼ਾਂ ਫੋਲੋ ਨਹੀਂ ਹੁੰਦੀਆਂ। ਤਾਂ ਤੁਹਾਨੂੰ ਮੈਂ ਦੱਸਦਾ ਇਹਨੂੰ ਕਹਿੰਦੇ ਕੀ ਹੈ ਰਾਜੇ, ਇੱਕ ਦੂਸਰਾ ਨਾਮ ਕੀ ਇਹਦਾ, ਐਨੈਂਟਲ ਕੇਅਰ ਵੀ ਬੋਲ ਦਿੰਦੇ ਆ। ਯਾਦ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਹੈ ਕਿ ਪ੍ਰੀਨੈਟਲ ਤੇ ਐਨੈਂਟਲ ਕੇਅਰ ਸੇਮ ਆ ਕਿ ਵੱਖਰੀਆਂ ਵੱਖਰੀਆਂ ਨੇ, ਸੇਮ ਹੀ ਨੇ ਰਾਜੇ। ਸੈਕਿੰਡ ਆਪਾਂ ਗੱਲ ਕਰਦੇ ਆ, ਕਹਿੰਦਾ ਜੀ ਪ੍ਰੀਨੈਟਲ ਕੇਅਰ ਇਜ਼, ਕਹਿੰਦਾ ਵੈਨ ਯੂ ਗੈਟ ਚੈੱਕਅਪ ਫਰੋਮ ਅ ਡਾਕਟਰ, ਨਰਸ ਔਰ ਮਿਡਵਾਈਫ। ਮਿਡਵਾਈਫ ਹੁੰਦੀ ਦਾਈ, ਠੀਕ ਹੈ ਜੀ। ਹੁਣ ਮਿਡਵਾਈਫ ਦਾ ਮਤਲਬ ਇਹ ਨਾ ਸਮਝ ਲਿਓ ਅੱਧੀ ਰਾਤ ਵਾਲੀ ਘਰ ਵਾਲੀ, ਠੀਕ ਹੈ। ਮਿਡਵਾਈਫ ਦਾ ਮਤਲਬ ਹੁੰਦਾ ਦਾਈ। ਥਰੂ ਯੂਅਰ ਪ੍ਰੈਗਨੈਂਸੀ, ਤਾਂ ਕਹਿਣ ਦਾ ਮਤਲਬ ਡਾਕਟਰ ਨੂੰ, ਨਰਸ ਨੂੰ, ਦਾਈ ਨੂੰ ਚੈੱਕਅਪ ਕਰਾਉਣਾ ਪ੍ਰੈਗਨੈਂਸੀ ਦੇ ਤੋਂ ਦੌਰਾਨ ਜਾਂ ਕਹਿ ਲਓ ਜਾਂ ਪਹਿਲਾਂ ਕਹਿ ਲਓ, ਉਹਨੂੰ ਪ੍ਰੀਨੈਟਲ ਕੇਅਰ ਕਹਿੰਦੇ ਆ। ਕਹਿੰਦਾ ਜੀ ਇਟ ਹੈਲਪ ਕੀਪ ਯੂ ਐਂਡ ਯੂਅਰ ਫਿਊਚਰ ਬੇਬੀ ਹੈਲਥੀ। ਇਹ ਆਪ ਨੂੰ ਹੈਲਪ ਕਰਦੀ ਕਾਹਦੇ ਵਾਸਤੇ, ਤੁਹਾਨੂੰ ਤੇ ਤੁਹਾਡੇ ਬੱਚੇ ਨੂੰ ਸਿਹਤਮੰਦ ਰੱਖਣ ਵਾਸਤੇ। ਕਹਿੰਦਾ ਜੀ ਇਹ ਇੰਪੋਰਟੈਂਟ ਕਿਉਂ ਹੈ, ਕਹਿੰਦਾ ਜੀ ਇਟ ਇਜ਼ ਪਾਰਟ ਆਫ ਸਟੇਇੰਗ ਹੈਲਥੀ ਡਿਊਰਿੰਗ ਦਾ ਪ੍ਰੈਗਨੈਂਸੀ। ਜੇ ਤੁਸੀਂ ਪ੍ਰੀਨੈਟਲ ਕੇਅਰ ਨਹੀਂ ਲੈਂਦੇ ਤਾਂ ਤੁਹਾਡੇ ਨਾਲ ਕੋਈ ਵੀ ਹਾਦਸਾ ਹੋ ਸਕਦਾ। ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜਾ ਬੇਬੀ ਹੁੰਦਾ ਹੈ, ਜਾਂ ਮਤਲਬ ਕਿ ਮਿਸਕੈਰੇਜ ਹੋ ਜਾਂਦਾ ਕਈ ਵਾਰੀ, ਜਾਂ ਕੁਝ ਉਹਦੇ ਚ ਪ੍ਰੋਬਲਮ ਆ ਜਾਂਦੀਆਂ ਬੱਚੇ ਦੇ ਵਿੱਚ, ਤਾਂ ਉਹ ਤਾਂ ਆਉਂਦੀਆਂ ਜੇ ਆਪਾਂ ਪ੍ਰੀਨੈਟਲ ਕੇਅਰ ਨੂੰ ਨਹੀਂ ਫੋਲੋ ਕਰਦੇ। ਇਸ ਤੋਂ ਇਲਾਵਾ ਕਹਿੰਦਾ ਜੀ ਯੂ ਕੈਨ ਸਟਾਰਟ ਗੈਟਿੰਗ ਏ ਪ੍ਰੀਨੈਂਟਲ ਕੇਅਰ ਐਜ਼ ਸੂਨ ਐਜ਼ ਯੂ ਨੋ ਯੂ ਆਰ ਪ੍ਰੈਗਨੈਂਟ। ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਪ੍ਰੈਗਨੈਂਟ ਹੈਗੇ ਆ, ਤਾਂ ਤੁਹਾਨੂੰ ਇਹ ਸਟਾਰਟ ਕਰ ਦੇਣੀ ਚਾਹੀਦੀ ਹੈ। ਬਟ ਐਕਚੁਅਲੀ ਕਹਿੰਦਾ ਜੀ ਬੈਸਟ ਕੀ ਹੈ, ਕਹਿੰਦਾ ਜੀ ਸੀ ਏ ਡਾਕਟਰ ਬਿਫੋਰ ਯੂ ਗੈਟ ਪ੍ਰੈਗਨੈਂਟ। ਤਾਂ ਡਾਕਟਰ ਨਾਲ ਪਹਿਲਾਂ ਸਲਾਹ ਕਰੋ ਤੁਸੀਂ ਪ੍ਰੈਗਨੈਂਟ ਹੋਣ ਤੋਂ। ਇਹਨੂੰ ਆਪਾਂ ਕੀ ਕਹਿ ਦਿੰਦੇ ਆ, ਪ੍ਰੀ ਪ੍ਰੈਗਨੈਂਸੀ ਕੇਅਰ ਕਹਿ ਦਿੰਦੇ, ਜਾਂ ਫਿਰ ਪ੍ਰੀ ਕਨਸੈਪਸ਼ਨ ਪਲੈਨਿੰਗ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਇਹ ਚਲੋ ਇੰਡੀਆ ਵਿੱਚ ਘੱਟ ਫੋਲੋ ਹੁੰਦੀ ਹੈ, ਬਟ ਕਹਿੰਦਾ ਇਫ ਡੈਟ ਇਜ਼ ਨਾਟ ਪੋਸੀਬਲ, ਪਤਾ ਹੀ ਹੈ ਇੰਡੀਆ ਵਿੱਚ ਪੋਸੀਬਲ ਨਹੀਂ ਹੈਗਾ, ਤਾਂ ਜਸਟ ਬਿਗੇਨ ਪ੍ਰੀਨੈਟਲ ਵਿਜ਼ਿਟ ਐਜ਼ ਸੂਨ ਐਜ਼ ਯੂ ਕੈਨ। ਤਾਂ ਕਹਿੰਦਾ ਜੇ ਇਹ ਚੀਜ਼ ਨਹੀਂ ਕਰ ਸਕਦੇ ਜਦੋਂ ਤੁਸੀਂ ਪ੍ਰੈਗਨੈਂਟ ਹੋਗੇ, ਇਮੀਡੀਏਟਲੀ ਆਪਣੇ ਡਾਕਟਰ ਨਾਲ ਕੀ ਕਰੋ, ਸਲਾਹ ਕਰੋ, ਠੀਕ ਹੈ ਜੀ। ਇਹ ਚੀਜ਼ਾਂ ਦਾ ਧਿਆਨ ਰੱਖਣਾ ਤੁਸੀਂ। ਅੱਗੇ ਕਹਿੰਦਾ ਜੀ ਵੂਮਨ ਕੈਨ ਹੈਲਪ ਟੂ ਪ੍ਰਮੋਟ ਏ ਹੈਲਥੀ ਪ੍ਰੈਗਨੈਂਸੀ ਐਂਡ ਏ ਬਰਥ ਆਫ ਏ ਹੈਲਥੀ ਬੇਬੀ ਬਾਈ ਟੇਕਿੰਗ ਦਾ ਫੋਲੋਇੰਗ ਸਟੈਪ, ਠੀਕ ਹੈ ਜੀ। ਹੁਣ ਕਹਿੰਦਾ ਜੀ ਇੱਕ ਮਾਂ ਦੇ ਉੱਪਰ ਜਾਂ ਇੱਕ ਲੇਡੀ ਦੇ ਉੱਪਰ ਹੀ ਸਭ ਕੁਝ ਡਿਪੈਂਡ ਕਰਦਾ ਹੁੰਦਾ ਵੀ ਉਹਨੇ ਆਪਣੇ ਬੱਚੇ ਨੂੰ ਹੈਲਥੀ ਬਣਾਉਣਾ ਜਾਂ ਹੈਲਥੀ ਜਨਮ ਦੇਣਾ ਜਾਂ ਕਿਸ ਤਰ੍ਹਾਂ ਜਨਮ ਦੇਣਾ। ਤਾਂ ਉਹਦੇ ਵਿੱਚ ਕੀ ਹੁੰਦਾ ਜੀ, ਕਹਿੰਦਾ ਜੀ ਡਿਵੈਲਪ ਏ ਪਲਾਨ ਫॉर देयर ਰੀਪਰੋਡਕਟਿਵ ਲਾਈਫ, ਇੰਕਰੀਜ਼ देयर ਡੇਲੀ ਇਨਟੇਕ ਆਫ ਫੋਲਿਕ ਐਸਿਡ। ਤਾਂ ਕਹਿਣ ਦਾ ਮਤਲਬ ਸਾਰਾ ਆਪਣਾ ਡਾਈਟ ਪਲਾਨ ਬਣਾਉਣਾ। ਫੋਲਿਕ ਐਸਿਡ ਤੁਹਾਨੂੰ ਮੈਂ ਕਰਵਾਇਆ ਸੀ ਵਿਟਾਮਿਨ B9, ਠੀਕ ਹੈ। ਇਹ ਘੱਟੋ ਘੱਟ ਕਹਿੰਦਾ ਵੀ ਰੋਜ਼ 400 ਮਾਈਕਰੋਗ੍ਰਾਮ ਲੈਣਾ ਬਹੁਤ ਜ਼ਰੂਰੀ ਹੈ ਲੇਡੀ ਵਾਸਤੇ। ਇਸ ਤੋਂ ਇਲਾਵਾ ਕਹਿੰਦਾ ਜੀ ਮੇਕ ਸ਼ੋਰ देयर ਇਮਿਊਨੇਸ਼ਨ ਆਰ ਅਪ ਟੂ ਡੇਟ, ਮਤਲਬ ਜਿੰਨੇ ਉਹਦੇ ਟੀਕੇ ਵਗੈਰਾ ਲੱਗੇ, ਟੀਕਾਕਰਨ ਹੋਇਆ ਉਹ ਅਪ ਟੂ ਡੇਟ ਹੈਗਾ। ਕਹਿੰਦਾ ਕੰਟਰੋਲ ਡਾਇਬੀਟੀਜ਼ ਐਂਡ ਅਦਰ ਮੈਡੀਕਲ ਕੰਡੀਸ਼ਨ, ਸ਼ੂਗਰ ਨੂੰ ਕੰਟਰੋਲ ਕਰਨਾ, BP ਨੂੰ ਕੰਟਰੋਲ ਕਰਨਾ, ਸਮੋਕਿੰਗ ਅਵੋਇਡ ਕਰਨਾ, ਡਰਿੰਕਿੰਗ ਅਲਕੋਹਲ ਅਵੋਇਡ ਕਰਨਾ, ਠੀਕ ਹੈ। ਡਰੱਗ ਵਗੈਰਾ ਨਹੀਂ ਲੈਣਗੇ, ਕਈ ਲੈਂਦੇ ਆ, ਠੀਕ ਹੈ। ਤੁਹਾਨੂੰ ਇਹ ਚੀਜ਼ਾਂ ਅਜੀਬ ਲੱਗਦੀਆਂ ਹੋਣਗੀਆਂ, ਬਟ ਫੋਰਨ ਕੰਟਰੀ ਦੇ ਹਿਸਾਬ ਨਾਲ ਕਹਿ ਲਓ ਜਾਂ ਮਾਡਰਨ ਜਿਹੜੇ ਬਣਦੇ ਆਪਣੇ ਆਪ ਨੂੰ, ਉਹਨਾਂ ਦੇ ਹਿਸਾਬ ਨਾਲ ਮੈਂ ਕਹਿ ਰਿਹਾ। ਅਟੇਨ ਏ ਹੈਲਥੀ ਵੇਟ ਤੁਹਾਡਾ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਹਿਸਟਰੀ ਕਹਿੰਦਾ ਜੀ ਆਪਣੀ ਫੈਮਿਲੀ ਦੀ ਹਿਸਟਰੀ, ਕਿਉਂਕਿ ਜਿਹੜਾ ਬੱਚਾ ਹੁੰਦਾ ਰਾਜੇ ਉਹ ਹਮੇਸ਼ਾ ਇਨਹੈਰਿਟ ਕਰਦਾ, ਗੁਣ ਇਨਹੈਰਿਟ ਕਰਦਾ, ਬਿਮਾਰੀਆਂ ਇਨਹੈਰਿਟ ਕਰਦਾ ਆਪਣੀ ਜਨਰੇਸ਼ਨ ਟੂ ਜਨਰੇਸ਼ਨ। ਤਾਂ ਆਪਾਂ ਨੂੰ ਆਪਣੀ ਜਿਹੜੀ ਫੈਮਿਲੀ ਦੀ ਹੈਲਥ ਹਿਸਟਰੀ ਹੈ ਉਹਦੇ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ, ਜਾਂ ਆਪਣੇ ਪਾਰਟਨਰ ਦੀ ਜਿਹੜੀ ਹੈਲਥ ਹਿਸਟਰੀ ਹੈ ਉਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਹਿੰਦਾ ਜੀ ਸੀਕ ਹੈਲਪ ਫॉर ਡਿਪਰੈਸ਼ਨ, ਐਨੈਕਸਿਟੀ ਔਰ ਅਦਰ ਮੈਂਟਲ ਹੈਲਥ ਇਸ਼ੂ, ਠੀਕ ਹੈ ਜੀ। ਤਾਂ ਇਹ ਡਿਪਰੈਸ਼ਨ ਹੋ ਗਿਆ, ਐਨੈਕਸਿਟੀ ਹੋ ਗਈ, ਠੀਕ ਹੈ ਆਪਣੀ, ਠੀਕ ਹੈ ਜੀ। ਮੈਂਟਲ ਹੈਲਥ ਇਸ਼ੂ, ਇਹਨਾਂ ਬਾਰੇ ਆਪਾਂ ਨੂੰ ਅਵੇਅਰਨੈਸ ਹੋਣੀ ਜ਼ਰੂਰੀ ਹੈ, ਜਾਂ ਇਹਨਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਤਾਂ ਇਹ ਇੱਕ ਮਤਲਬ ਕਿ ਪ੍ਰੀਨੈਟਲ ਕੇਅਰ ਦੇ ਅੰਡਰ ਆਉਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੈਗਨੈਂਸੀ ਸਾਈਨ। ਪਤਾ ਕਿਵੇਂ ਲੱਗਦਾ ਕਿ ਪ੍ਰੈਗਨੈਂਟ ਹੋ ਗਏ, ਜਾਂ ਆਪਾਂ ਕਹਿ ਸਕਦੇ ਹਾਂ ਕਿ ਪ੍ਰੈਗਨੈਂਸੀ ਦੇ ਦੌਰਾਨ ਕਿਹੜੇ ਕਿਹੜੇ ਸਾਈਨ ਮਿਲਦੇ ਆਪਾਂ ਨੂੰ।
ਪਹਿਲਾ ਹੁੰਦਾ ਫੂਡ ਕਰਵਿੰਗ। ਫੂਡ ਕਰਵਿੰਗ ਤੁਹਾਨੂੰ ਮੈਂ ਦੱਸਦਾ ਰਾਜੇ, ਜਿਵੇਂ ਆਪਾਂ ਛੱਡਣ ਵਾਲੀ ਆਪਾਂ ਨੂੰ ਈਟ ਕੁਝ ਖਾਣ ਨੂੰ ਦਿਲ ਕਰਦਾ, ਜਿਵੇਂ ਉਹ ਕਹਿ ਦਿੰਦੇ ਆ ਮੈਂ ਆਈਸਕ੍ਰੀਮ ਖਾਣੀ ਹੈ, ਅੱਧੀ ਰਾਤ ਨੂੰ ਕਹਿ ਦਿੰਦੇ ਆ ਕਿ ਮੈਂ ਪੀਜ਼ਾ ਖਾਣਾ ਹੈ, ਕਿਉਂਕਿ ਉਹ ਕੰਟਰੋਲ ਨਹੀਂ ਹੁੰਦਾ ਆਪਣੇ ਆਪ ਦੇ ਉੱਪਰ, ਠੀਕ ਹੈ ਜੀ। ਤਾਂ ਭੋਜਨ ਦੀ ਲਾਲਸਾ, ਜਾਂ ਫਿਰ ਕਹਿੰਦਾ ਇੰਪਲਾਂਟੇਸ਼ਨ ਹੋ ਗਿਆ, ਖੂਨ ਵਹਿਣਾ, ਠੀਕ ਹੈ, ਛੱਡਣ ਵਾਲੀ ਖੂਨ ਵਹਿ ਸਕਦਾ, ਕੁਝ ਧੱਬੇ ਵਗੈਰਾ ਖੂਨ ਦੇ ਲੱਗ ਸਕਦੇ ਆ, ਇਹ ਸਟਾਰਟਿੰਗ ਦੇ ਵਿੱਚ ਹੁੰਦਾ, 10 ਤੋਂ ਲੈ ਕੇ 14 ਦਿਨਾਂ ਦੇ ਬਾਅਦ ਹੁੰਦਾ, ਠੀਕ ਹੈ ਜੀ। ਇੱਕ ਪ੍ਰੈਗਨੈਂਸੀ ਸਾਈਨ ਹੁੰਦੇ ਆ। ਜਾਂ ਕਹਿੰਦਾ ਜੀ ਫ੍ਰੀਕੁਐਂਟ ਵਾਰ-ਵਾਰ ਮਤਲਬ ਕਿ ਬਾਥਰੂਮ ਆਉਣਾ, ਠੀਕ ਹੈ ਜੀ, ਟਾਇਲਟ ਜਾਣਾ, ਇਹ ਨਾਰਮਲ ਗੱਲ ਹੈ, ਕਿਉਂਕਿ ਸਰੀਰ ਦੇ ਵਿੱਚ ਕੀ ਹੁੰਦੇ, ਜਿਹੜੇ ਹਾਰਮੋਨ ਹੁੰਦੇ ਉਹਦੇ ਤਬਦੀਲੀਆਂ ਹੁੰਦੀਆਂ ਨੇ, ਥਕਾਵਟ ਮਹਿਸੂਸ ਹੁੰਦੀ ਹੈ ਰਾਜੇ, ਠੀਕ ਹੈ ਜੀ। ਬਹੁਤ ਸਾਰੇ ਆਪਾਂ ਨੂੰ ਜਿਵੇਂ ਭਾਵਨਾਵਾਂ ਹੋ ਗਈਆਂ ਆਪਣੀਆਂ, ਥਕਾਵਟ ਹੋ ਗਈਆਂ, ਸਰੀਰ ਬੋਡੀ ਜਿਹੜੀ ਹੈਗੀ ਹੈ ਟਾਇਰਡਨੈਸ ਫੀਲ ਕਰਦੀ ਹੈ, ਇਹ ਸਾਰਾ ਕੁਝ ਕੀ ਹੈ ਪ੍ਰੈਗਨੈਂਸੀ ਦੇ ਸਾਈਨ ਨੇ। ਇਸ ਤੋਂ ਇਲਾਵਾ ਕਹਿੰਦਾ ਜੀ ਅਲਟਰਡ ਸੈਂਸ ਆਫ ਟੇਸਟ, ਸਵਾਦ ਦੀ ਬਦਲੀ ਹੋਈ ਭਾਵਨਾਵਾਂ। ਹੁਣ ਕਈ ਬੰਦਿਆਂ ਨੂੰ ਕੀ ਹੁੰਦਾ, ਕਈ ਮੇਰੀਆਂ ਭੈਣਾਂ ਨੂੰ ਪਹਿਲਾਂ ਕੋਈ ਚੀਜ਼ ਹੋਰ ਪਸੰਦ ਹੁੰਦੀ ਹੈ, ਮਿੱਠਾ ਪਸੰਦ ਹੁੰਦਾ ਹੈ, ਬਟ ਕਈ ਵਾਰੀ ਬਾਅਦ ਚ ਨਮਕੀਨ ਖਾਣਾ ਸ਼ੁਰੂ ਕਰ ਦਿੰਦੀਆਂ, ਕਈਆਂ ਨੂੰ ਨਮਕੀਨ ਪਸੰਦ ਹੁੰਦਾ, ਬਾਅਦ ਚ ਮਿੱਠਾ ਖਾਣਾ ਸ਼ੁਰੂ ਕਰ ਦਿੰਦੀਆਂ, ਜਾਂ ਕੋਈ ਚਾਹ ਨਹੀਂ ਪੀਂਦਾ, ਚਾਹ ਪੀਣੀ ਸ਼ੁਰੂ ਕਰ ਦਿੰਦਾ। ਕਹਿਣ ਦਾ ਮਤਲਬ ਇਹ ਡਿਪੈਂਡ ਕਰਦਾ, ਠੀਕ ਹੈ। ਪ੍ਰੈਗਨੈਂਸੀ ਦੇ ਵਿੱਚ ਬਹੁਤ ਸਾਰਾ ਮਤਲਬ ਕਿ ਬਦਲਾਵ ਆਉਂਦੇ ਨੇ ਬੋਡੀ ਦੇ ਵਿੱਚ। ਤਾਂ ਕਹਿੰਦਾ ਜੀ ਦੇਖਿਆ ਜਾ ਸਕਦਾ, ਕਹਿੰਦਾ ਜੀ ਕੁਝ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੂੰਹ ਦੇ ਵਿੱਚ ਧਾਤੂ ਸਵਾਦ ਹੈ, ਆਮ ਤੌਰ ਤੇ ਕਾਫੀ, ਚਾਹ, ਭੋਜਨ ਦੇ ਸਵਾਦ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਠੀਕ ਹੈ ਜੀ। ਸਵੇਰ ਦੀ ਥਕਾਵਟ, ਮਾਰਨਿੰਗ ਟਾਇਰਡਨੈਸ ਬਹੁਤ ਹੁੰਦੀ ਹੈ, ਠੀਕ ਹੈ। ਮਾਹਵਾਰੀ ਚੱਕਰ ਵਿੱਚ ਰੁਕਾਵਟ, ਤੈਨੂੰ ਪਤਾ ਹੀ ਹੈ, ਜਦੋਂ ਮਾਹਵਾਰੀ ਚੱਕਰ ਰੁਕ ਜਾਂਦਾ ਉਹਦਾ ਮਤਲਬ ਕੀ ਹੈ, ਤੁਸੀਂ ਇੱਕ ਪ੍ਰੈਗਨੈਂਸੀ ਦੇ ਅਵਸਥਾ ਵਿੱਚ ਜਾ ਚੁੱਕੇ ਹੋ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਰਾਜੇ, ਸਾਰੇ ਪ੍ਰੈਗਨੈਂਸੀ ਸਾਈਨ ਹੁੰਦੇ ਆ। ਇਹਨੂੰ ਪਰ ਚਲੋ ਇੰਨਾ ਡਿਟੇਲ ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਇਹ ਜਸਟ ਨੌਲੇਜ ਵਾਸਤੇ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਮੈਟਰਨਿਟੀ ਬੈਨੀਫਿਟ ਐਕਟ, ਠੀਕ ਹੈ। ਤਾਂ ਇਹ ਜਨੇਪਾ ਜਿਹੜਾ ਬੈਨੀਫਿਟ ਐਕਟ ਹੈਗਾ ਰਾਜੇ 1961, ਇਹ ਆਪਣੇ ਇੰਡੀਆ ਦੇ ਵਿੱਚ ਹੈਗਾ। ਬੇਸਿਕਲੀ ਇਹ ਰੈਗੂਲੇਟ ਕੀ ਕਰਦਾ ਆਪਾਂ ਨੂੰ, ਠੀਕ ਹੈ ਜੀ। ਕਹਿੰਦਾ ਇਟ ਐਨ ਐਕਟ ਟੂ ਰੈਗੂਲੇਟ ਦਾ ਇੰਪਲੋਇਮੈਂਟ ਆਫ ਵੂਮਨ ਇਨ ਦਾ ਸਰਟਨ ਐਸਟੈਬਲਿਸ਼ਮੈਂਟ ਫॉर ਦਾ ਸਰਟਨ ਪੀਰੀਅਡ ਬਿਫੋਰ ਐਂਡ ਆਫਟਰ, ਯਾਦ ਰੱਖਿਓ, ਬਿਫੋਰ ਐਂਡ ਆਫਟਰ ਚਾਈਲਡ ਬਰਥ, ਐਂਡ ਪ੍ਰੋਵਾਈਡ ਫॉर ਦਾ ਮੈਟਰਨਿਟੀ ਬੈਨੀਫਿਟ ਐਂਡ ਸਰਟਨ ਅਦਰ ਬੈਨੀਫਿਟਸ। ਕਹਿਣ ਦਾ ਮਤਲਬ ਬੱਚੇ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਕੁਝ ਖਾਸ ਸਮੇਂ ਲਈ ਔਰਤਾਂ ਨੂੰ ਰੋਜ਼ਗਾਰ ਦੇ ਵਿੱਚ, ਠੀਕ ਹੈ, ਲਾਭ ਦੇਣੇ, ਉਹਨਾਂ ਨੂੰ ਕਹਿ ਦਿੰਦੇ ਆਪਾਂ ਮੈਟਰਨਿਟੀ ਬੈਨੀਫਿਟ ਐਕਟ। ਹੁਣ ਤੁਹਾਨੂੰ ਪਤਾ ਹੀ ਹੈ ਬੇਟੇ, ਅੱਜ ਕੱਲ ਜਿਹੜੀਆਂ ਔਰਤਾਂ ਹੈਗੀਆਂ ਉਹ ਕਿਸ ਤੋਂ ਘੱਟ ਨਹੀਂ ਹੈਗੀਆਂ, ਉਹ ਆਦਮੀ ਦੇ ਨਾਲ ਮੋਢਾ ਜੋੜ ਕੇ ਕੀ ਕਰ ਰਹੀਆਂ ਨੇ, ਹਰੇਕ ਖੇਤਰ ਵਿੱਚ ਕੰਮ ਕਰ ਰਹੀਆਂ ਨੇ। ਹੁਣ ਬੱਸ ਦੇ ਡਰਾਈਵਰ ਵੀ ਵੂਮਨ ਹੈਗੀਆਂ ਨੇ, ਪਾਇਲਟ ਵੀ ਵੂਮਨ ਹੈਗੀਆਂ ਨੇ, ਰੇਲ ਗੱਡੀ ਦਾ ਇੰਜਨ ਵੀ ਵੂਮਨ ਚਲਾ ਰਹੀਆਂ ਨੇ, ਲੋਕੋ ਪਾਇਲਟ ਜਿਹਨੂੰ ਆਪਾਂ ਕਹਿੰਦੇ ਆ। ਕਹਿਣ ਦਾ ਮਤਲਬ ਹਰ ਖੇਤਰ ਦੇ ਵਿੱਚ ਵੂਮਨ ਬਰਾਬਰ ਨੇ, ਪਰ ਫਿਰ ਵੀ ਜਿਹੜੀ ਵੂਮਨਸ ਹੁੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਜਦੋਂ ਕੋਈ ਮੇਰੀ ਭੈਣ ਪ੍ਰੈਗਨੈਂਟ ਹੁੰਦੀ ਹੈ ਤਾਂ ਉਹ ਜੇ ਕੰਮ ਕਰ ਰਹੀ ਹੈ ਰਾਜੇ, ਉਹਨੇ ਘਰ ਦਾ ਕੰਮ ਵੀ ਕਰਨਾ ਤੇ ਬਾਹਰ ਵੀ ਕੰਮ ਕਰਨਾ, ਤਾਂ ਕੰਮ ਕਰਨ ਦੇ ਵਿੱਚ ਉਹਨੂੰ ਇੱਕ ਖਾਸ ਲਾਭ ਦੇਣਾ ਉਹ ਗਵਰਨਮੈਂਟ ਦੀ ਡਿਊਟੀ ਬਣਦੀ ਹੈ। ਤਾਂ ਗਵਰਨਮੈਂਟ ਨੇ ਇੱਕ ਐਕਟ ਲੈ ਕੇ ਆਇਆ, ਮੈਟਰਨਿਟੀ ਬੈਨੀਫਿਟ ਐਕਟ 1961। ਇਹਦੇ ਵਿੱਚ ਕੀ ਆ ਕਿ ਜਿਹੜੇ ਰੋਜ਼ਗਾਰ ਕਰਦੀਆਂ ਨੇ, ਕੰਮ ਕਰਦੀਆਂ ਨੇ, ਉਹਨਾਂ ਨੂੰ ਕਿਹੜੇ ਕਿਹੜੇ ਲਾਭ ਮਿਲਣੇ ਚਾਹੀਦੇ ਆ, ਉਹ ਮੈਂ ਅੱਗੇ ਪੜਾਉਣਾ। ਇਹ ਐਕਟ ਇਹ ਰੈਗੂਲੇਟ ਕਰਦਾ ਹੈ, ਠੀਕ ਹੈ। ਇਹ ਚੀਜ਼ ਨੂੰ ਸਮਝ ਲਓ ਤੁਸੀਂ। ਹੁਣ ਇਹਦੇ ਵਿੱਚ ਹੁੰਦਾ ਕੀ ਆ, ਕਹਿੰਦਾ ਜੀ what are the health and safety measures during the course of the employment that should be taken by the employer for women during the certain period। ਕਹਿੰਦਾ ਜੀ ਜਿਹੜੇ ਬੰਦਿਆਂ ਨੇ ਰੋਜ਼ਗਾਰ ਦਿੱਤਾ ਹੈ, ਹੁਣ ਤੁਸੀਂ ਕਿਸੇ ਸੰਸਥਾ ਦੇ ਵਿੱਚ ਕੰਮ ਕਰਦੇ ਹੋ ਜਾਂ ਪ੍ਰਾਈਵੇਟ ਕਿਸੇ ਦੁਕਾਨ ਤੇ ਕੰਮ ਕਰਦੇ ਹੋ, ਤਾਂ ਉਸ ਬੰਦੇ ਨੇ ਜਿਹਨੇ ਤੁਹਾਨੂੰ ਕੰਮ ਤੇ ਰੱਖਿਆ ਜਾਂ ਜਿਹਦੇ ਅੰਡਰ ਤੁਸੀਂ ਕੰਮ ਕਰ ਰਹੇ ਹੋ, ਉਹਨੇ ਤੁਹਾਨੂੰ ਕਿਹੜੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਨੇ। ਫਸਟ ਕਹਿੰਦਾ ਜੀ, ਕਹਿੰਦਾ ਕੋਈ ਵੀ ਮਾਲਕ ਜਾਣਬੁੱਝ ਕੇ ਕਿਸੇ ਔਰਤ ਨੂੰ ਉਸਦੇ ਜਨੇਪੇ ਜਾਂ ਗਰਭਪਾਤ ਦੇ ਦਿਨ ਤੋਂ ਤੁਰੰਤ ਬਾਅਦ 6 ਹਫ਼ਤਿਆਂ ਦੌਰਾਨ ਕਿਸੇ ਅਦਾਰੇ ਵਿੱਚ ਨੌਕਰੀ ਨਹੀਂ ਦੇਵੇਗਾ। ਕਹਿਣ ਦਾ ਮਤਲਬ ਕੀ ਹੁੰਦਾ, ਜਨੇਪਾ। ਹੁਣ ਨੌਕਰੀ ਨਹੀਂ ਦੇਵੇਗਾ ਮਤਲਬ ਇਹ ਨਹੀਂ ਹੈਗਾ ਕਿ ਉਹ ਨੌਕਰੀ ਤੋਂ ਕੱਢ ਦੇਗਾ, ਕਹਿਣ ਦਾ ਮਤਲਬ ਉਹਨੂੰ ਛੁੱਟੀ ਮਿਲੂਗੀ ਵਿਦ ਪੇ, ਜਾਂ ਫਿਰ ਉਹਨੂੰ ਕੀ ਮਿਲੂਗਾ, ਰੈਸਟ ਮਿਲੂਗੀ। ਹੁਣ ਠੀਕ ਹੈ ਜੀ, ਆਹ ਦੇਖੋ ਲਿਖਿਆ ਹੋਇਆ। ਜੇ ਆਪਾਂ ਕਈ ਵਾਰੀ ਕਹਿੰਦਾ ਕਈ ਵਾਰੀ ਕੀ ਹੁੰਦਾ ਕਿ ਡਿਲੀਵਰੀ ਹੋ ਜਾਂਦੀ, ਕਈ ਵਾਰੀ ਮਿਸਕੈਰੇਜ ਵੀ ਹੋ ਜਾਂਦਾ ਹੈ। ਤਾਂ ਰਾਜੀ ਮਿਸਕੈਰੇਜ ਜਦੋਂ ਹੁੰਦਾ ਤਾਂ ਬਹੁਤ ਸਾਰਾ ਬੋਡੀ ਦੇ ਵਿੱਚੋਂ ਬਲੱਡ ਬਾਹਰ ਹੁੰਦਾ, ਤਾਂ ਉਹਦੇ ਕਰਕੇ ਵੂਮਨ ਨੂੰ ਬਹੁਤ ਜ਼ਿਆਦਾ ਵੀਕਨੈਸ ਹੋ ਜਾਂਦੀ ਹੈ। ਤਾਂ ਦੋਵਾਂ ਦੇ ਉੱਪਰ ਲਾਗੂ ਹੁੰਦਾ, ਪ੍ਰੈਗਨੈਂਟ ਵੂਮਨ ਦੇ ਉੱਪਰ ਵੀ ਲਾਗੂ ਹੁੰਦਾ, ਮਿਸਕੈਰੇਜ ਵਾਲੀ ਕੰਡੀਸ਼ਨ ਦੇ ਵਿੱਚ ਵੀ ਲਾਗੂ ਹੁੰਦਾ। ਤਾਂ ਕਹਿੰਦਾ ਜੀ ਕੋਈ ਵੀ ਮਾਲਕ ਕਹਿੰਦਾ ਨੋ ਇੰਪਲੋਇਰ ਸ਼ੈਲ knowingly employ a woman in a establishment during the 6th week of immediately following the day of delivery or her miscarriage। ਇਹ ਯਾਦ ਰੱਖਣਾ। ਸੈਕੰਡ ਕਹਿੰਦਾ ਜੀ no woman shall work in any establishment during the 6th week of immediately following the day of her delivery or miscarriage। ਇਹ ਚਲੋ ਸੇਮ ਲਿਖਿਆ ਗਿਆ। ਨੈਕਸਟ ਆਪਾਂ ਗੱਲ ਕਰਦੇ ਹਾਂ। ਹੁਣ ਇਹਦੇ ਵਿੱਚ ਕਹਿੰਦਾ ਜਿਹੜਾ ਸੈਕਸ਼ਨ 6 ਹੈ ਉਹ ਕਹਿੰਦਾ ਕੀ ਹੈ, ਉਹ ਕੀ ਕਹਿੰਦਾ ਰਾਜੇ, ਤੁਹਾਨੂੰ ਮੈਂ ਗੱਲ ਪੰਜਾਬੀ ਚ ਪੜ੍ਹਾ ਦਿੰਦਾ। ਇਹ ਕਹਿੰਦਾ ਕੀ ਹੈ, ਕਹਿੰਦਾ ਜੀ ਕਿਸੇ ਵੀ ਪੱਖਪਾਤ ਕੀਤੇ ਬਿਨਾ, ਕਿਸੇ ਨਾਲ ਮਤਲਬ ਕਿ ਇਹ ਨਹੀਂ ਕਿ ਕਿਸੇ ਇੱਕ ਵੂਮਨ ਨੂੰ ਛੁੱਟੀ ਦਿੱਤੀ ਇੱਕ ਨੂੰ ਨਹੀਂ ਦੇਣੀਗੀ, ਪੱਖਪਾਤ ਨਹੀਂ ਕਰਨਾ। ਕਹਿੰਦਾ ਕੋਈ ਵੀ ਗਰਭਵਤੀ ਔਰਤ ਇਸ ਲਈ ਉਸ ਦੁਆਰਾ ਕੀਤੀ ਜਾ ਰਹੀ ਬੇਨਤੀ ਤੇ ਉਸ ਮਾਲਕ ਦੁਆਰਾ ਏਡ ਦਿੱਤੀ ਗਈ ਧਾਰਾ ਵਿੱਚ ਦਰਸਾਏ ਗਏ ਸਮੇਂ ਦੌਰਾਨ ਕਰਨ ਦੀ ਮੰਗ ਨਹੀਂ ਕੀਤੀ ਜਾਵੇਗੀ। ਹੁਣ ਕਈ ਵਾਰ ਕੀ ਹੁੰਦਾ ਹੈ ਕਿ ਮੰਨ ਲਓ ਇਹ ਐਕਟ ਜਿਹੜਾ ਹੈਗਾ ਇਹ ਕਹਿ ਰਿਹਾ ਕਿ 6 ਮਤਲਬ ਕਿ ਹਫ਼ਤੇ ਤੁਸੀਂ ਕੰਮ ਨਹੀਂ ਕਰ ਸਕਦੇ, ਪਰ ਕਈ ਵਾਰੀ ਕੀ ਹੈ ਕਿਸੇ ਦੀ ਮਜਬੂਰੀ ਹੈ, ਮੰਨ ਲਓ ਕੋਈ ਲੇਡੀਜ਼ ਤੁਹਾਨੂੰ ਗਰਭ
ਦੇ ਦੌਰਾਨ ਤੁਹਾਨੂੰ ਰਿਕੁਐਸਟ ਕਰ ਰਹੀ ਹੈ ਕਿ ਮੈਂ ਕੰਮ ਕਰਨਾ ਹੀ ਕਰਨਾ, ਤੁਸੀਂ ਉਹਨੂੰ ਅਲਾਓ ਨਹੀਂ ਕਰ ਸਕਦੇਗੇ। ਠੀਕ ਹੈ ਜੀ। ਜਿਵੇਂ ਕੋਈ ਕੰਮ ਔਖਾ ਜਿੱਥੇ ਆਪਾਂ ਬਹੁਤ ਮਤਲਬ ਘੰਟੇ ਤੱਕ ਖੜੇ ਰਹਿ ਕੇ ਕੰਮ ਕਰਨਾ ਹੋਵੇ, ਜਿਹਦੇ ਕਰਕੇ ਉਹਦੇ ਮਤਲਬ ਕਿ ਸਿਹਤ ਦੇ ਉੱਪਰ ਜਾਂ ਉਹਦੇ ਆਉਣ ਵਾਲੇ ਬੱਚੇ ਦੇ ਉੱਪਰ ਕੀ ਹੋਵੇ, ਉਹਦੇ ਵਿਕਾਸ ਦੇ ਵਿੱਚ ਕੀ ਪਵੇ, ਵਿਘਨ ਪਵੇ, ਤਾਂ ਇਹ ਚੀਜ਼ ਆਪਾਂ ਨਹੀਂ ਕਰ ਸਕਦੇ। ਇਹ ਕੌਣ ਕਹਿ ਰਿਹਾ? ਇਹ ਆਪਣਾ ਮੈਂਟੈਂਟਰੀ ਬੈਨੀਫਿਟ ਐਕਟ ਕਹਿ ਰਿਹਾ। ਤਾਂ ਕਹਿਣ ਦਾ ਮਤਲਬ ਬੇਸਿਕਲੀ ਇਹ ਪ੍ਰੋਟੈਕਸ਼ਨ ਐਕਟ ਹੈ ਪ੍ਰੈਗਨੈਂਸੀ ਦੇ ਦੌਰਾਨ ਜਾਂ ਫਿਰ ਮਿਸਕੈਰੇਜ ਦੇ ਦੌਰਾਨ। ਠੀਕ ਹੈ ਜੀ, ਮੈਂਟੈਂਟਰੀ ਬੈਨੀਫਿਟ ਐਕਟ। ਹੁਣ ਆਪਾਂ ਗੱਲ ਕਰਦੇ ਹਾਂ ਮੈਟਰਨਿਟੀ ਲੀਵ ਦੀ ਗੱਲ ਕਰਦੇ ਹਾਂ ਰਾਜੇ। ਠੀਕ ਹੈ, ਮੈਟਰਨਿਟੀ ਲੀਵ ਤੁਹਾਨੂੰ ਪਤਾ ਸਾਰਿਆਂ ਨੂੰ 6 ਮਹੀਨਿਆਂ ਦੀ ਮਿਲਦੀ ਹੈ, ਕਈ ਕਹਿੰਦੇ ਆ 12 ਵੀਕ ਦੀ ਮਿਲਦੀ ਹੈ, ਬਟ ਇਹਦੇ ਵਿੱਚ ਅਮੈਂਡਮੈਂਟ ਹੋਈ ਹੈ। ਦਾ ਮੈਟਰਨਿਟੀ ਬੈਨੀਫਿਟ ਜਾਂ ਅਮੈਂਡਮੈਂਟ ਐਕਟ ਆਇਆ 2017, ਇਹ ਪਾਸ ਹੋਇਆ ਸੀ ਰਾਜ ਸਭਾ ਦੇ ਵਿੱਚ। ਤੇ ਇਹਦੇ ਵਿੱਚ ਹੋਇਆ ਕੀ ਹੈ, ਇਹਨਾਂ ਨੇ ਜਿਹੜੀ ਪਹਿਲਾਂ ਮੈਟਰਨਿਟੀ ਲੀਵ ਮਿਲਦੀ ਸੀ ਰਾਜੇ 12 ਹਫ਼ਤਿਆਂ ਦੀ ਮਿਲਦੀ ਸੀਗੀ। ਠੀਕ ਹੈ ਜੀ, 12 ਹਫ਼ਤਿਆਂ ਦੀ ਮਿਲਦੀ ਸੀ, ਬਟ ਉਹ 12 ਹਫ਼ਤਿਆਂ ਤੋਂ ਵਧਾ ਕੇ ਕੀ ਕਰਤੀ ਹੈ 26 ਹਫ਼ਤਿਆਂ ਦੀ ਕਰਤੀ ਹੈ। ਜਿਹੜੀ ਲੇਟੈਸਟ ਮਿਲਦੀ ਹੈ ਉਹ 26 ਹਫ਼ਤਿਆਂ ਦੀ ਮਿਲਦੀ ਹੈ। ਜਿਵੇਂ ਗਵਰਨਮੈਂਟ ਹੋ ਗਏ, ਸੈਮੀ ਗਵਰਨਮੈਂਟ ਅਦਾਰੇ ਹੋ ਗਏ, ਉੱਥੇ ਮਿਲਦੀ ਹੈ। ਕਹਿੰਦਾ ਜਿਹੜੀ ਪੈਰੈਂਟਲ ਲੀਵ ਹੁੰਦੀ ਹੈ, ਜਿਹੜੀ ਮੈਟਰਨਿਟੀ ਲੀਵ ਹੈ ਰਾਜੇ, ਉਹ ਔਰਤਾਂ ਨੂੰ ਮਿਲਦੀ ਹੈ। ਉਹ ਔਰਤਾਂ ਨੂੰ ਮਿਲਦੀ ਹੈ। ਜਿਹੜੇ ਹੁਣ ਬੰਦੇ ਹੁੰਦੇ ਆ ਉਹਨਾਂ ਦਾ ਤਾਂ ਵੀ ਫਰਜ਼ ਹੁੰਦਾ ਵੀ ਜਿਹੜੀ ਉਹਨਾਂ ਦੀ ਵਾਈਫ ਪ੍ਰੈਗਨੈਂਟ ਆ ਉਹਦੀ ਕੇਅਰ ਕੀਤੀ ਜਾਵੇ, ਤਾਂ ਪੈਰੈਂਟਲ ਲੀਵ ਵੀ ਮਿਲਦੀ ਹੈ। ਪਰ ਜਿਹੜੀ ਪੈਰੈਂਟਲ ਲੀਵ ਮਿਲਦੀ ਹੈ ਉਹ 6 to 8 ਵੀਕ ਹੀ ਮਿਲਦੀ ਹੈ, 6 ਤੋਂ 8 ਹਫ਼ਤੇ ਹੀ ਮਿਲਦੀ ਹੈ। ਇਹ ਯਾਦ ਰੱਖ ਲਿਓ। ਕਹਿੰਦਾ a woman with already 2 or more children is entitled into 12 weeks maternity leave. The parental leave in this case remains 6 week. ਹੁਣ ਜਿਹੜੀ ਲੇਡੀਜ਼ ਦੇ ਆਲਰੇਡੀ 2 ਜਾਂ 2 ਤੋਂ ਵੱਧ ਬੱਚੇ ਹੈਗੇ ਪਰ ਉਹਨੂੰ ਮਿਲੂਗੀ 12 ਹਫ਼ਤਿਆਂ ਦੀ। ਠੀਕ ਹੈ, ਤੇ ਬੰਦਿਆਂ ਦਾ ਸੇਮ ਹੀ ਰਹਿੰਦਾ। ਠੀਕ ਹੈ, ਬੰਦਿਆਂ ਦੀ 6 ਹਫ਼ਤਿਆਂ ਦੀ ਮਿਲਦੀ ਹੈ, 6 ਤੋਂ ਲੈ ਕੇ 8 ਹਫ਼ਤਿਆਂ ਦੀ। ਤਾਂ ਕਹਿਣ ਦਾ ਮਤਲਬ ਜਿਹੜੀ ਪਹਿਲੀ ਵਾਰ ਪ੍ਰੈਗਨੈਂਟ ਹੋ ਰਹੀ ਹੈ ਵੋਮਨ, ਉਹਨੂੰ ਮਿਲੂਗੀ 26 ਹਫ਼ਤਿਆਂ ਦੀ। ਜਿਹਦੇ ਕੋਲ ਪਹਿਲਾਂ 2 ਜਾਂ 2 ਤੋਂ ਵੱਧ ਚਿਲਡਰਨ ਹੈਗੇ ਉਹਨੂੰ ਮਿਲੂਗੀ 12 ਹਫ਼ਤਿਆਂ ਦੀ। ਬੰਦਿਆਂ ਨੂੰ ਸੇਮ ਰਹੂਗੀ 6 ਤੋਂ ਲੈ ਕੇ 8 ਹਫ਼ਤਿਆਂ ਦੀ। ਨੈਕਸਟ ਕਹਿੰਦਾ ਜੀ ਦਿਸ ਐਕਟ ਆਲਸੋ ਪ੍ਰੋਵਾਈਡ ਫॉर ਅਡਾਪਸ਼ਨ ਲੀਵ। ਹੁਣ ਕਈ ਵਾਰੀ ਕੋਈ ਬੱਚਾ ਅਡਾਪਟ ਵੀ ਤਾਂ ਕਰਦਾ ਰਾਜੇ। ਹੁਣ ਜੇ ਬੱਚਾ ਅਡਾਪਟ ਕੀਤਾ ਉਹਦੀ ਕੇਅਰ ਵੀ ਕਰਨੀ ਜ਼ਰੂਰੀ ਹੈ। ਜੇ ਤੁਸੀਂ ਬੱਚਾ ਅਡਾਪਟ ਕਰ ਰਹੇ ਤਾਂ ਵੀ ਤੁਹਾਨੂੰ ਕੀ ਮਿਲੂਗੀ 12 ਹਫ਼ਤਿਆਂ ਦੀ ਕੀ ਮਿਲੂਗੀ ਲੀਵ ਮਿਲੂਗੀ। ਠੀਕ ਹੈ, ਇਹ ਕਹਿੰਦਾ ਕੌਣ ਕਹਿੰਦਾ? ਇਹ ਕਹਿੰਦਾ ਜੀ ਅੰਡਰ ਏ ਅਡਾਪਟ ਚਿਲਡਰਨ। ਠੀਕ ਹੈ, ਏਜ ਆਫ ਦਾ 3 ਮੰਥ। ਠੀਕ ਹੈ ਜੀ। ਤਾਂ ਅੱਗੇ ਹੈਗਾ ਜੀ ਆਪਣੀ ਜਿਹੜੀ ਹੁੰਦੀ ਹੈ ਕਮਿਸ਼ਨਿੰਗ ਮਦਰ। ਕਮਿਸ਼ਨਿੰਗ ਮਦਰ ਹੁੰਦੀਆਂ ਨੇ ਜਿਵੇਂ ਤੁਸੀਂ ਸੈਰੋਗੇਸੀ ਸਮਝਦੇ ਹੋਵੋਗੇ, ਸੈਰੋਗੇਟ ਮਦਰ ਹੁੰਦੀਆਂ ਨੇ ਜਿਹੜੀਆਂ ਕਿਸੇ ਵਾਸਤੇ ਕਿਸੇ ਦੀ ਡਿਮਾਂਡ ਦੇ ਉੱਪਰ ਆਪਣੇ ਪੇਟ ਦੇ ਵਿੱਚ ਕੀ ਰੱਖਦੀਆਂ ਨੇ, ਸ਼ੁਕਰਾਣੂ ਰੱਖਦੀਆਂ ਨੇ, ਉਹਨੂੰ ਕਹਿ ਦਿੰਦੇ ਕਮਿਸ਼ਨਿੰਗ ਮਦਰ ਕਹਿ ਦਿੰਦੇ ਆ। ਤਾਂ ਇਹਨਾਂ ਨੂੰ 12 ਹਫ਼ਤਿਆਂ ਦੀ ਲੀਵ ਮਿਲਦੀ ਹੈ ਰਾਜੇ। ਕਮਿਸ਼ਨਿੰਗ ਮਦਰ ਕੌਣ ਹੁੰਦੀ ਹੈ? ਜਿਹਨੂੰ ਆਪਾਂ ਬਾਇਓਲੋਜੀਕਲੀ ਕੀ ਕਹਿ ਦਿੰਦੇ ਆ, ਸੈਰੋਗੇਟ ਮਦਰ ਕਹਿ ਦਿੰਦੇ ਆ। ਜਿਹੜੇ ਕੀ ਆਪਣੇ ਅੰਦਰ ਕੀ ਆ ਜੀ ਐਗ ਰੱਖਦੀਆਂ ਨੇ। ਠੀਕ ਹੈ, ਬਰਥ ਦਿੰਦੀਆਂ ਨੇ ਕਿਸੇ ਦੂਸਰੀ ਵੂਮਨ ਵਾਸਤੇ, ਸੈਰੋਗੇਟ ਬੋਲ ਦਿੰਦੇ ਉਹਨੂੰ। ਠੀਕ ਹੈ, ਸੈਰੋਗੇਟ ਮਦਰ ਬੋਲਦੇ ਆ। ਉਹ ਵੀ ਇਸ ਦੇ ਅੰਡਰ ਕੀ ਹੋ ਜਾਣਗੀਆਂ, ਇੰਟਾਈਟਲਡ ਹੋਣਗੀਆਂ, ਉਹਨਾਂ ਨੂੰ ਵੀ ਕੀ ਬੈਨੀਫਿਟ ਮਿਲੂਗਾ। ਤੇ ਇਹ ਚੀਜ਼ਾਂ ਯਾਦ ਰੱਖਣੀਆਂ ਰਾਜੇ, ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ। ਤਾਂ ਆਲ ਅਬਾਊਟ ਇਹੀ ਸੀਗਾ ਤੁਹਾਡੇ ਵਾਸਤੇ। ਤਾਂ ਆਈ ਹੋਪ ਤੁਹਾਨੂੰ ਇਹ ਟੌਪਿਕ ਪਸੰਦ ਆਇਆ ਹੋਊਗਾ। ਅੱਜ ਤੋਂ ਪਹਿਲਾਂ ਤੁਸੀਂ ਇਦਾਂ ਨਹੀਂ ਪੜਿਆ ਹੋਊਗਾ। ਬਾਕੀ ਤੁਸੀਂ MCQ ਕਰਨ ਦੀ ਕੋਸ਼ਿਸ਼ ਕਰਿਓ, ਦਿਮਾਗ ਲਾਇਓ। ਤੁਹਾਡੇ ਜਿਹੜੇ MCQ ਮੈਂ ਤੁਹਾਨੂੰ ਕਰਵਾਉਣ ਜਾ ਰਿਹਾ ਇਹ ਤੁਹਾਨੂੰ ਆਉਂਦੇ ਹੋਣਗੇ। ਤਾਂ ਫਸਟ ਕੁਐਸਚਨ ਵੱਲ ਵਧਦੇ ਆਪਾਂ। ਕਹਿੰਦਾ ਜੀ ਹੈਲਥ ਹੈਬਿਟ ਡਿਊਰਿੰਗ ਵਿਚ ਟ੍ਰਾਈਮੈਸਟਰ ਆਰ ਦਾ ਮੋਸਟ ਕ੍ਰਿਟੀਕਲ ਫॉर ਦਾ ਵੈਲ ਬੀਇੰਗ ਦਾ ਡਿਵੈਲਪਮੈਂਟ ਫੈਟਸ। ਠੀਕ ਹੈ, ਕਹਿਣ ਦਾ ਮਤਲਬ ਤੁਹਾਡੇ ਭਰੂਣ ਦੇ ਵਿਕਾਸਸ਼ੀਲ ਵਾਸਤੇ, ਤੰਦਰੁਸਤੀ ਵਾਸਤੇ ਕਿਹੜਾ ਜਿਹੜਾ ਟਾਈਮ ਹੁੰਦਾ ਜਾਂ ਕਿਹੜਾ ਟ੍ਰਾਈਮੈਸਟਰ ਹੁੰਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਤੁਹਾਨੂੰ ਪਤਾ 3 ਟ੍ਰਾਈਮੈਸਟਰ ਹੁੰਦੇ ਆ, ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਕਿਹੜਾ ਮਹੱਤਵਪੂਰਨ ਕਿਹੜਾ ਹੁੰਦਾ ਹੈ? ਪਹਿਲਾ ਟ੍ਰਾਈਮੈਸਟਰ, ਸੈਕਿੰਡ ਜਾਂ ਫਿਰ ਲਾਸਟ ਜਿਹੜਾ 3rd ਵਾਲਾ, ਜਾਂ ਸਾਰੇ ਹੁੰਦੇ ਆ। ਤੁਸੀਂ ਇਹਦਾ ਆਨਸਰ ਕਰਨ ਦੀ ਕੋਸ਼ਿਸ਼ ਕਰਿਓ। ਮੈਂ ਤੁਹਾਨੂੰ 5 ਸੈਕਿੰਡ ਦੇ ਰਿਹਾ। ਆਈ ਹੋਪ ਤੁਸੀਂ ਸੋਚ ਲਿਆ ਹੋਊਗਾ ਆਪਣਾ ਆਨਸਰ। ਜੇ ਤੁਹਾਡਾ ਠੀਕ ਹੋਇਆ ਤਾਂ ਤੁਸੀਂ ਮੈਨੂੰ ਥੱਲੇ ਕਮੈਂਟ ਜ਼ਰੂਰ ਕਰਨੇ ਆ। ਤਾਂ ਇਹਦਾ ਰਾਈਟ ਆਨਸਰ ਬਣਦਾ ਰਾਜੇ ਫਸਟ, ਜਿਹੜਾ ਪਹਿਲਾ ਟ੍ਰਾਈਮੈਸਟਰ ਹੁੰਦਾ ਸਭ ਤੋਂ ਜ਼ਿਆਦਾ ਕ੍ਰਿਟੀਕਲ ਹੁੰਦਾ ਹੈ। ਤਾਂ ਜੇ ਤੁਹਾਡੇ ਮਤਲਬ ਮੈਂ 5 ਕੁਐਸਚਨ ਪੁੱਛੂੰਗਾ, ਤੁਸੀਂ ਜੇ ਤੁਹਾਡੇ 5 ਵਿੱਚ 5 ਠੀਕ ਹੋਏ ਤੁਸੀਂ ਇਦਾਂ ਲਿਖਣਾ 5/5। ਠੀਕ ਹੈ, ਆਪਣਾ ਰੈਂਕ ਲਿਖ ਕੇ ਜਾਣਾ, ਮੈਨੂੰ ਪਤਾ ਲੱਗ ਜੂ ਤੁਸੀਂ ਕਿੰਨਾ ਕੁ ਪੜ੍ਹ ਰਹੇ ਹੋ। ਸੈਕਿੰਡ ਕੁਐਸਚਨ ਵੱਲ ਚੱਲਦੇ ਆ। ਕਹਿੰਦਾ ਜੀ ਵੂਮਨ ਇਨ ਦਾ 30 and 40, ਮਤਲਬ 30 ਤੋਂ ਲੈ ਕੇ 40 ਸਾਲ ਦੀ ਉਮਰ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹ ਹੈਲਥੀ ਪ੍ਰੈਗਨੈਂਸੀ ਲੈ ਸਕਦੀਆਂ, ਬਟ देयर ਆਰ ਕਹਿੰਦਾ ਇਨਕਰੀਜ਼ ਦਾ ਰਿਸਕ ਆਫ ਵਿਚ ਕੰਡੀਸ਼ਨ। ਤਾਂ ਉਹਨਾਂ ਨੂੰ ਉਹ ਪ੍ਰੈਗਨੈਂਟ ਹੋ ਸਕਦੀਆਂ, ਕੋਈ ਪ੍ਰੋਬਲਮ ਨਹੀਂ ਹੈਗਾ, ਬਟ ਆਮ ਆਪਣੀ ਧਾਰਾ ਮੰਨੀ ਜਾਂਦੀ ਹੈ ਕਿ 30 ਤੋਂ ਬਾਅਦ ਜਦੋਂ ਪ੍ਰੈਗਨੈਂਸੀ ਆਪਾਂ ਅਟੇਨ ਕਰਦੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਹੈਲਥ ਇਸ਼ੂ ਆਉਂਦੇ ਆ। ਬਟ ਕਹਿੰਦਾ ਕਰ ਸਕਦੇ ਆ, ਪਰ ਥੱਲੀਆਂ ਕਿਹੜੀਆਂ ਕੰਡੀਸ਼ਨਾਂ ਹੈਗੀਆਂ ਜਿਹੜੀਆਂ ਰੁਕਾਵਟ ਪਾਉਂਦੀਆਂ ਨੇ? ਪਹਿਲਾ ਕਹਿੰਦਾ ਜੀ ਕ੍ਰੋਨਿਕਲ ਥਕਾਵਟ, ਸਿਰੋਡੋਮ ਹੋ ਗਿਆ, ਡਾਇਬੀਟੀਜ਼ ਹੋ ਗਈਆਂ ਆਪਣੀਆਂ, ਹਾਈ ਬਲੱਡ ਪ੍ਰੈਸ਼ਰ ਹੋ ਗਿਆ। ਤਾਂ ਇਹਨਾਂ ਵਿੱਚ ਕਿਹੜਾ ਉਹ ਕੰਡੀਸ਼ਨ ਰਿਸਕ ਆਪਣੇ ਵਾਸਤੇ ਬਣ ਜਾਂਦਾ ਜੇ ਆਪਾਂ 30 ਸਾਲ ਤੋਂ ਬਾਅਦ ਪ੍ਰੈਗਨੈਂਸੀ ਨੂੰ ਅਟੇਨ ਕਰਦੇ ਆ? ਤਾਂ ਇਹਦਾ ਰਾਈਟ ਆਨਸਰ ਤੁਸੀਂ ਸੋਚ ਲਿਆ ਹੋਊਗਾ। ਤਾਂ ਇਹਦਾ ਰਾਈਟ ਆਨਸਰ ਬਣਦਾ ਰਾਜੇ D, B ਐਂਡ C। ਸ਼ੂਗਰ ਹੋ ਗਈ ਜਾਂ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਰਾਜੇ 30 ਦੀ ਏਜ ਤੋਂ ਬਾਅਦ ਆਪਾਂ ਨੂੰ ਕੀ ਹੋ ਜਾਂਦਾ, ਸ਼ੁਰੂ ਹੋ ਜਾਂਦਾ ਹੈ। ਅਗਲੀ ਗੱਲ ਕਰਦੇ ਆ ਜੀ। ਕਹਿੰਦਾ ਵਿਚ ਆਫ ਦਾ ਥੀਸ ਅਲਕੋਹਲਿਕ ਬੈਵਰੇਜ ਇਜ਼ ਸੇਫ ਟੂ ਡਰਿੰਕ ਓਕੇਸ਼ਨਲੀ ਇਨ ਵੈਰੀ ਸਮਾਲ ਅਮਾਉਂਟ ਵਾਈਲ ਯੂ ਆਰ ਪ੍ਰੈਗਨੈਂਟ। ਕਹਿੰਦਾ ਵੀ ਜੇ ਤੁਸੀਂ ਪ੍ਰੈਗਨੈਂਟ ਹੋ ਤਾਂ ਤੁਸੀਂ ਓਕੇਸ਼ਨਲੀ ਮਤਲਬ ਕਦੇ ਸ਼ਰਾਬ ਪੀ ਸਕਦੇ ਹੋ। ਕਿਹੜਾ ਅਲਕੋਹਲ ਪੀ ਸਕਦੇ ਹੋ? ਅਲਕੋਹਲ, ਸ਼ਰਾਬ ਦੇ ਵਿੱਚ ਅਲਕੋਹਲ ਹੀ ਹੁੰਦਾ, ਚਾਹੇ ਬੀਅਰ ਪੀ ਲਓ, ਚਾਹੇ ਤੁਸੀਂ ਵਾਈਨ ਪੀ ਲਓ, ਚਾਹੇ ਤੁਸੀਂ ਕੋਈ ਹੋਰ ਪੀ ਲਓ, ਅਲਕੋਹਲ ਹੁੰਦਾ।
ਤੁਸੀਂ ਕਿਹੜਾ ਪੀ ਸਕਦੇ ਹੋ, ਬੀਅਰ ਪੀ ਸਕਦੇ ਹੋ, ਵਾਈਨ ਪੀ ਸਕਦੇ ਹੋ ਜਾਂ ਫਿਰ ਮਿਕਸ ਡਰਿੰਕ ਪੀ ਸਕਦੇ ਹੋ। ਤਾਂ ਰਾਜੇ ਪ੍ਰੈਗਨੈਂਸੀ ਦੇ ਦੌਰਾਨ ਆਪਾਂ ਕੋਈ ਵੀ ਨਹੀਂ ਪੀ ਸਕਦੇ ਕਿਉਂਕਿ ਬਹੁਤ ਖਤਰਨਾਕ ਹੁੰਦਾ ਰਾਜੇ, ਸਿੱਧਾ ਆਪਣੇ ਹਾਰਟ ਤੇ ਇਫੈਕਟ ਕਰਦਾ ਹੈ। ਤਾਂ ਡੀ ਆਂਸਰ ਬਣੂਗਾ ਇਹਦਾ, ਤਾਂ ਸੌਖਾ ਹੀ ਹੈ ਬਹੁਤ। ਅਗਲਾ ਗੱਲ ਕਰਦੇ ਆ, ਕਹਿੰਦਾ ਜੀ ਹਾਊ ਮੱਚ weight gain is normal during pregnancy, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਰਾਜੇ। ਇੱਥੇ ਮੈਂ ਪਾਉਂਡ 'ਚ ਲਿਖਿਆ weight, ਕਿਲੋਗ੍ਰਾਮ 'ਚ ਲਿਖਿਆ ਹੋਊਗਾ ਤੁਹਾਨੂੰ weight, ਪਾਉਂਡ 'ਚ ਵੀ ਲਿਖਿਆ ਆ ਸਕਦਾ ਹੈ। ਤਾਂ ਗਰਭ ਅਵਸਥਾ ਦੇ ਦੌਰਾਨ ਕਿੰਨਾ ਭਾਰ ਵੱਧਦਾ, ਤੁਸੀਂ ਚਾਹੇ ਕਿਲੋਗ੍ਰਾਮ 'ਚ ਸੋਚ ਲਿਓ, ਠੀਕ ਹੈ ਜੀ। ਵੈਸੇ ਤੁਹਾਨੂੰ ਮੈਂ ਆਂਸਰ ਦੱਸ ਦਿੰਦਾ, ਇੱਥੇ ਹੈਗਾ 28 ਪਾਉਂਡ। ਕੀ ਆਂਸਰ ਹੈਗਾ 28 ਪਾਉਂਡ। ਇਹ ਪੁਰਾਣੇ ਐਨਟੀਟੀ ਦੇ ਪੇਪਰ 'ਚ ਆਇਆ ਹੋਇਆ ਕੁਐਸਚਨ, ਤਾਂ ਕਰਕੇ ਮੈਂ ਪਾਉਂਡ ਲਿਖਤਾ। ਹੁਣ ਪਾਉਂਡ ਕੀ ਹੁੰਦਾ ਰਾਜੇ, ਪਾਉਂਡ ਜਿਹੜਾ ਹੁੰਦਾ ਨਾ, ਜਿਵੇਂ ਮੰਨ ਲਓ ਜਿਵੇਂ 28 ਪਾਉਂਡ ਹੈ ਤਾਂ ਉਹ ਕਿਲੋਗ੍ਰਾਮ ਕਿੰਨੇ ਬਣਦੇ, 12.5 ਕਿਲੋਗ੍ਰਾਮ ਬਣਦਾ ਹੈ। ਕਿਉਂਕਿ ਜਿਹੜਾ ਕਿਲੋਗ੍ਰਾਮ ਹੁੰਦਾ ਰਾਜੇ 2.2 ਟਾਈਮ ਹੈਵੀ ਹੁੰਦਾ ਹੈ। ਕਹਿਣ ਦਾ ਮਤਲਬ ਅਗਰ ਮੈਂ 1 ਪਾਉਂਡ ਲਿਖੂੰਗਾ ਤਾਂ ਕਿਲੋਗ੍ਰਾਮ ਕਿੰਨੇ ਬਣ ਗਏ, 2.2 ਕਿਲੋਗ੍ਰਾਮ ਬਣ ਗਏ। ਕਹਿਣ ਦਾ ਮਤਲਬ ਕਿ 2.2 ਟਾਈਮ ਕੀ ਹੁੰਦਾ, ਇਹ ਤੋਂ ਹੈਵੀ ਹੁੰਦਾ ਹੈ। ਤਾਂ ਕਰਕੇ ਦੇਖੋ ਇੱਥੇ ਜਿਹੜਾ 28 ਪਾਉਂਡ ਦਾ ਮਤਲਬ ਕੀ ਬਣ ਗਿਆ, 12.5 ਕਿਲੋ। 12.5 ਕਿਲੋ weight ਕੀ ਆਪਣਾ ਨਾਰਮਲੀ ਵੱਧ ਸਕਦਾ ਹੈ ਪ੍ਰੈਗਨੈਂਸੀ ਦੇ ਦੌਰਾਨ, ਠੀਕ ਹੈ। 12.5 ਲਿਖ ਲਓ ਜਾਂ 13 ਲਿਖ ਲਓ, ਠੀਕ ਹੈ। 12.5 ਨੂੰ ਆਪਾਂ ਰਾਉਂਡ ਫਿਗਰ ਲਿਖਣਾ ਹੋਵੇ ਤਾਂ 13 ਕਿਲੋ ਲਿਖ ਸਕਦੇ ਹਾਂ। ਅਗਲਾ ਕਹਿੰਦਾ ਜੀ, ਕਹਿੰਦਾ ਹਾਊ ਡਜ਼ ਦਾ ਮਦਰਸ ਸਟ੍ਰੈਸ ਲੈਵਲ ਅਫੈਕਟ ਦਾ ਫੈਟਿਊਜ਼, ਠੀਕ ਹੈ। ਜਿਹੜਾ ਆਪਣਾ ਜਿਹੜਾ ਮਾਂ ਦਾ ਤਣਾਅ ਪੱਧਰ ਹੈਗਾ, ਉਹ ਜਿਹੜਾ ਗਰਭ ਦੇ ਵਿੱਚ ਸ਼ਿਸ਼ੂ ਹੈਗਾ ਉਹਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਕਹਿੰਦਾ ਜੀ ਸਮੇਂ ਤੋਂ ਪਹਿਲਾਂ ਜਨਮ ਦਾ ਕਾਰਨ ਬਣਦਾ ਹੈ। ਪ੍ਰੀ ਮੈਚੁਰ ਬੇਬੀ ਹੋ ਜਾਂਦੇ ਨਾ ਸਮੇਂ ਤੋਂ ਪਹਿਲਾਂ, 9 ਮਹੀਨੇ ਤੋਂ ਪਹਿਲਾਂ ਹੀ ਹੋ ਜਾਂਦੇ, ਕਈਆਂ 7ਵੇਂ ਮਹੀਨੇ ਹੋ ਜਾਂਦਾ, 8ਵੇਂ ਮਹੀਨੇ ਹੋ ਜਾਂਦਾ ਹੈ। ਘੱਟ ਵਜਨ ਦਾ ਕਾਰਨ ਬਣਦਾ ਹੈ, ਬੱਚੇ ਦੇ ਸੁਭਾਅ ਬਦਲਦਾ ਹੈ, ਠੀਕ ਹੈ। ਤਾਂ ਸਾਰਾ ਜਿਹੜੇ ਹੈਗੇ ਰਾਜੀ ਇਹਦੇ ਕਾਰਨ ਬਣਦੇ ਨੇ। ਪੰਜਵਾਂ ਜਿਹੜਾ ਹੈਗਾ ਰਾਈਟ ਆਂਸਰ ਹੈ। ਹੁਣ ਲਾਸਟ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਮੈਂ ਇੱਕ ਕੁਐਸਚਨ ਪੁੱਛੂੰਗਾ ਜਿਹਦਾ ਤੁਸੀਂ ਆਂਸਰ ਮੈਨੂੰ ਕਰਨਾ ਹੈ ਕਮੈਂਟ ਬਾਕਸ ਦੇ ਵਿੱਚ। ਕਹਿੰਦਾ ਮੋਸਟ ਡੋਮੈਸਟਿਕ 에ਅਰਲਾਈਨਸ ਵੋਂਟ ਅਲਾਓ ਐਕਸਪੈਂਟ ਮਦਰਸ ਟੂ ਫਲਾਈ ਆਫਟਰ ਵਿਚ ਵੀਕ ਆਫ ਪ੍ਰੈਗਨੈਂਸੀ। ਕਹਿਣ ਦਾ ਮਤਲਬ ਜਿਹੜੀਆਂ 에ਅਰ ਹੋਸਟਸ ਹੁੰਦੀਆਂ ਨੇ ਜਾਂ ਆਪਣੇ ਪਾਇਲਟਸ ਹੁੰਦੀਆਂ ਨੇ, ਜਿਹੜੀਆਂ 에ਅਰਲਾਈਨ ਦੇ ਵਿੱਚ ਟਰੈਵਲ ਕਰਦੀਆਂ ਨੇ, ਉਹ ਗਰਭਵਤੀ ਜਿਹੜੀਆਂ ਔਰਤਾਂ ਉੱਥੇ ਕੰਮ ਕਰਦੀਆਂ ਜਾਂ ਵੈਸੇ ਟਰੈਵਲ ਕਰਦੀਆਂ ਨੇ, ਉਹਨਾਂ ਨੂੰ ਕਿਹੜੇ ਹਫ਼ਤੇ ਤੋਂ ਬਾਅਦ ਉਹਦੇ ਵਿੱਚ ਜਹਾਜ਼ ਦੇ ਵਿੱਚ ਉੱਡਣ ਦੀ ਇਜਾਜ਼ਤ ਨਹੀਂ ਹੈਗੀ। ਤਾਂ 12 ਵੀਕ, 24 ਵੀਕ, 34 ਤੋਂ 36 ਵੀਕ ਜਾਂ 40ਵੇਂ ਵੀਕ। ਤਾਂ ਕਿਹੜੇ ਵੀਕ ਦੇ ਵਿੱਚ ਉਹਨਾਂ ਨੂੰ ਇਹ ਅਲਾਓ ਨਹੀਂ ਕਰਦਾ ਮੈਡੀਕਲ ਸਾਇੰਸ। ਤਾਂ ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਰ ਸਕਦੇ ਹੋ। ਬਾਕੀ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰ ਸਕਦੇ ਹੋ। ਜੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਤੁਸੀਂ ਦੇ ਸਕਦੇ ਹੋ। ਤਾਂ ਆਈ ਹੋਪ ਤੁਹਾਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਹੋਊਗੀ। ਤਾਂ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਥੋੜੀ ਜਾਣਕਾਰੀ ਵਾਸਤੇ ਦੱਸ ਦਿੰਦੇ ਆ ਰਾਜੇ, ਸੁਪਰਵਾਈਜ਼ਰ ਵਾਸਤੇ ਕੰਪਿਊਟਰ ਦੇ MCQ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ, ਪੰਜਾਬ GK ਦੇ ਵੀ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ, ਜਾਂ ਪੰਜਾਬੀ ਵਿਆਕਰਨ ਦੇ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ MCQ ਲੈਣ ਵਾਸਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ। ਬਾਕੀ ਕੰਪਿਊਟਰ, ਪੰਜਾਬ GK, ਪੰਜਾਬੀ ਵਿਆਕਰਨ ਤੇ CDP ਜਿਹੜਾ ਚਾਈਲਡ ਡਿਵੈਲਪਮੈਂਟ ਵਾਲਾ ਪਾਰਟ ਹੈ ਉਹਦੇ ਬਿਲਕੁਲ ਫ੍ਰੀ ਹੈ, ਥਿਊਰੀ ਬਿਲਕੁਲ ਫ੍ਰੀ ਕਰਾਈ ਜਾ ਰਹੀ ਹੈ, ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈਗੀ। ਜਸਟ ਵਾਚ ਕਰੋ, ਮਿਹਨਤ ਕਰੋ, ਤਿਆਰੀ ਕਰੋ, ਪਰਮਾਤਮਾ ਮਿਹਰ ਕਰੇ ਤੁਹਾਡੀ ਤਿਆਰੀਆਂ ਨੂੰ ਕੀ ਲੱਗਣ, ਫਲ ਲੱਗਣ। ਤਾਂ ਡੈਫੀਨੇਟਲੀ ਇਹ ਬਿਲਕੁਲ ਜਿਹੜੇ 4 ਸਬਜੈਕਟ ਹੈਗੇ ਇਹਦੀ ਚਿੰਤਾ ਛੱਡ ਦਿਓ, ਇਹ ਮੇਰੇ ਹਵਾਲੇ ਨੇ, ਤੁਹਾਨੂੰ ਡੈਫੀਨੇਟਲੀ ਇਹਦਾ ਬੈਨੀਫਿਟ ਮਿਲੂਗਾ ਜੇ ਤੁਸੀਂ ਐਗਜ਼ਾਮ ਦੇ ਵਿੱਚ ਬੈਠੋਗੇ। ਤਾਂ ਸ਼ੁਕਰੀਆ ਬੇਟੇ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।